ਹੈਲੋ एवरीवन ਗਿਲਸ ਮੈਂਟੋਰ ਦੇ ऑफिशियल YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 14ਵਾਂ ਦੇਖਣ ਲੱਗੇ ਹਾਂ। ਠੀਕ ਹੈ ਫਰੈਂड्स, ਅੱਜ ਸੰਡੇ ਹੈ। ਅੱਜ ਆਪਣਾ ਟੈਸਟ ਨੰਬਰ 6 ਹੈ। ਠੀਕ ਹੈ ਫਰੈਂड्स, ਟੈਸਟ ਨੰਬਰ 6 'ਚ ਆਪਾਂ ਆਪਣੇ ਉਹੀ 50 ਮਲਟੀਪਲਾਈ ਕੁਐਸਚਨਸ ਦੇਖਾਂਗੇ। ਠੀਕ ਹੈ, ਜਿਵੇਂ ਆਪਾਂ ਹਰੇਕ ਸੰਡੇ ਦੇਖਦੇ ਹਾਂ ਅਤੇ ਹਰੇਕ ਸੰਡੇ ਵਾਂਗ ਤੁਹਾਨੂੰ ਮੈਂ ਕਹਿੰਦਾ ਕਿ ਆਪਣੇ 50 ਕੁਐਸਚਨ ਵਿੱਚੋਂ ਤੁਹਾਡੇ ਕਿੰਨੇ ਕੁ ਠੀਕ ਨੇ ਕੁਐਸਚਨ, ਉਸਦਾ ਤੁਸੀਂ ਮੈਂਸ਼ਨ ਕਰਿਓ ਕਮੈਂਟ ਵਿੱਚ, ਜਿਸ ਨਾਲ ਮੈਨੂੰ ਅੰਦਾਜ਼ਾ ਹੋ ਜਾਏਗਾ ਕਿ ਤੁਹਾਡੀ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ। ਠੀਕ ਹੈ ਨਾ ਫਰੈਂड्स, ਜੇ ਤੁਹਾਨੂੰ ਤਾਂ ਹੋਰ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਕੁਐਸਚਨ ਵਿੱਚ ਤਾਂ ਤੁਸੀਂ ਕਮੈਂਟ ਕਰਿਓ, ਮੈਂ ਉਸਦਾ ਰਿਪਲਾਈ 100% ਕਰਾਂਗਾ। ਠੀਕ ਹੈ ਨਾ ਫਰੈਂड्स, ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਮੌਕ ਟੈਸਟ ਨਾਲ ਨਾਲ ਦੋਗੇ, ਤੁਹਾਡਾ ਕੌਨਫੀਡੈਂਸ ਅਪ ਹੁੰਦਾ ਜਾਏਗਾ। ਠੀਕ ਹੈ ਨਾ, ਵੱਧਦਾ ਹੀ ਜਾਏਗਾ ਕੌਨਫੀਡੈਂਸ। ਅਤੇ ਪਹਿਲੇ ਮੌਕ ਟੈਸਟ 'ਚ ਤੁਹਾਡੇ ਘੱਟ ਨੰਬਰ ਹੋਣਗੇ, ਤੁਸੀਂ ਇੱਕ ਹੋਰ ਟਾਰਗੇਟ ਲਾਓਗੇ। ਠੀਕ ਹੈ, ਕੋਈ ਕਿ ਮੇਰੇ ਇਸ ਮੌਕ ਟੈਸਟ 'ਚ ਇੰਨੇ ਨੰਬਰ ਆਉਣੇ ਚਾਹੀਦੇ ਹਨ, ਤਾਂ ਫਿਰ ਉਸ ਤੋਂ ਬਾਅਦ ਦੂਜਾ ਮੌਕ ਟੈਸਟ ਦਵੋਗੇ। ਠੀਕ ਹੈ ਨਾ, ਜੇ ਬਾਈ ਚਾਂਸ ਤੁਸੀਂ ਉਸ ਟਾਰਗੇਟ 'ਤੇ ਨਹੀਂ ਪਹੁੰਚ ਪਾਉਂਦੇ, ਤੁਹਾਡੇ ਕੋਲ ਹੋਰ ਮੌਕ ਟੈਸਟ ਹੈ, ਤੁਸੀਂ ਹੌਲੀ ਹੌਲੀ ਤੁਹਾਡਾ ਕੌਨਫੀਡੈਂਸ ਵੱਧਦਾ ਜਾਏਗਾ। ਜਿਹੜੇ ਤੁਹਾਡੇ 9 ਸਬਜੈਕਟਸ ਹੈ, ਉਹ 'ਚੋਂ ਹਰੇਕ ਸੈਕਸ਼ਨ 'ਚ ਦੇਖੋਗੇ ਕਿਸ 'ਚ ਮੈਂ ਵੀਕ ਹਾਂ, ਉਹ ਤੁਹਾਨੂੰ ਮੌਕ ਟੈਸਟ ਦੁਆਰਾ ਹੀ ਪਤਾ ਲੱਗੇਗਾ। ਠੀਕ ਹੈ, ਤਾਂ ਫਿਰ ਸਾਨੂੰ ਮੌਕ ਟੈਸਟ ਲੈਣੇ ਚਾਹੀਦੇ ਹਨ ਅਤੇ ਉਸਦੀ ਤਿਆਰੀ ਸਾਡੀ ਮੌਕ ਟੈਸਟ ਨਾਲ ਹੀ ਹੋ ਪਾਏਗੀ। ਠੀਕ ਹੈ ਨਾ, ਭਾਵੇਂ ਤੁਸੀਂ ਉਰੋਂ ਖਰੀਦਣੇ ਆ ਤਾਂ ਖਰੀਦ ਸਕਦੇ ਹੋ, ਜੇ ਆਫਲਾਈਨ ਕਰ ਰਹੇ ਹੋ ਤਾਂ ਵੀ ਕੋਈ ਚੱਕਰ ਨਹੀਂ ਹੈ, ਮਗਰ ਤੁਸੀਂ ਟੈਸਟ ਜ਼ਰੂਰ ਦਿਓ, 100% ਦਿਓ। ਠੀਕ ਹੈ ਫਰੈਂड्स, ਪਹਿਲਾ ਕੁਐਸਚਨ ਦੇਖਦੇ ਹਾਂ ਆਪਾਂ, ਰੈਵਨਿਊ ਇਫੈਕਟ ਦੀ ਨੈਟ ਇਨਕਮ। ਰੈਵਨਿਊ ਕਦ ਇਫੈਕਟ ਕਰਦਾ ਨੈਟ ਇਨਕਮ ਨੂੰ, ਦੱਸੋ ਮੈਨੂੰ। ਇਨ ਦਾ ਪੀਰੀਅਡ ਡਿਊਰਿੰਗ ਦ ਵਿਚ ਦੇ ਅਰਨਡ, ਇਨ ਦਾ ਪੀਰੀਅਡ ਵੈਨ ਦੇ ਆਰ ਕੋਲੈਕਟਿਡ, ਇਨ ਦਾ ਪੀਰੀਅਡ ਵੈਨ ਦੇ ਆਰ ਅਕਾਊਂਟਿੰਗ ਫੋਰ, ਐਨੀ ਆਫ ਦੀ ਅਬਵ ਦੇਅਰ 3 ਵਿਚ ਆਵਰ ਅਕਰ ਫਸਟ। ਦੱਸੋ ਮੈਨੂੰ ਕਿਹੜਾ ਆਪਸ਼ਨ ਠੀਕ ਹੋਏਗਾ। ਰੈਵਨਿਊ ਕਦ ਇਫੈਕਟ ਕਰੇਗਾ ਨੈਟ ਇਨਕਮ ਨੂੰ, ਦੱਸੋ ਮੈਨੂੰ, ਕਿਸ ਟਾਈਮ ਕਰੇਗਾ ਉਹ। 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਏ ਆਪਸ਼ਨ। ਠੀਕ ਹੈ ਫਰੈਂड्स, ਇਨ ਦਾ ਪੀਰੀਅਡ ਡਿਊਰਿੰਗ ਵਿਚ ਦੇ ਅਰਨਡ, ਜਦੋਂ ਆਪਾਂ ਅਰਨ ਕਰ ਚੁੱਕੇ ਹੋਵਾਂਗੇ ਤਦ ਉਹ ਨੈਟ ਇਨਕਮ ਨੂੰ ਅਫੈਕਟ ਕਰੇਗਾ, ਜਿਹੜਾ ਰੈਵਨਿਊ ਹੈ। ਠੀਕ ਹੈ ਨਾ ਫਰੈਂड्स, ਅਗਲਾ ਕੁਐਸਚਨ ਹੈ, ਹਾਊ ਡਜ਼ ਡੈਪਰੀਸ਼ੀਏਸ਼ਨ ਇਫੈਕਟ ਦੀ ਬੇਸਿਕ ਅਕਾਊਂਟ ਇਕੁਏਸ਼ਨ। ਡੈਪਰੀਸ਼ੀਏਸ਼ਨ ਕਿਸ ਤਰ੍ਹਾਂ ਇਫੈਕਟ ਕਰਦਾ ਹੈ ਬੇਸਿਕ ਅਕਾਊਂਟ ਇਕੁਏਸ਼ਨ ਨੂੰ, ਦੱਸੋ। ਲੀਡਸ ਟੂ ਡਿਕਰੀਜ਼ ਇਨ ਦਾ ਐਸੈਟਸ ਐਂਡ ਸ਼ੇਅਰ ਹੋਲਡਰ ਇਕੁਇਟੀ, ਲੀਡਸ ਟੂ ਡਿਕਰੀਜ਼ ਇਨ ਐਸੈਟਸ ਓਨਲੀ, ਲੀਡਸ ਟੂ ਇਨਕਰੀਜ਼ ਇਨ ਲਾਇਬਿਲਿਟੀ ਐਂਡ ਡਿਕਰੀਜ਼ ਇਨ ਐਸੈਟਸ, ਲੀਡਸ ਟੂ ਡਿਕਰੀਜ਼ ਇਨ ਸ਼ੇਅਰ ਹੋਲਡਰ ਇਕੁਇਟੀ। ਦੱਸੋ ਇਹਦਾ ਆਨਸਰ ਆਏਗਾ ਏ ਆਪਸ਼ਨ, ਲੀਡਸ ਟੂ ਡਿਕਰੀਜ਼ ਇਨ ਐਸੈਟਸ। ਠੀਕ ਹੈ ਨਾ, ਐਸੈਟ ਦੀ ਵੈਲਿਊ ਘੱਟ ਜਾਏਗੀ ਡੈਪਰੀਸ਼ੀਏਸ਼ਨ ਨਾਲ। ਠੀਕ ਹੈ, ਅਤੇ ਸ਼ੇਅਰ ਹੋਲਡਰ ਦੀ ਇਕੁਇਟੀ ਵੀ ਘੱਟ ਜਾਏਗੀ। ਠੀਕ ਹੈ ਨਾ ਫਰੈਂड्स, ਲੀਡਸ ਟੂ ਡਿਕਰੀਜ਼ ਇਨ ਐਸੈਟਸ ਐਂਡ ਸ਼ੇਅਰ ਹੋਲਡਰ। ਅਗਲਾ ਕੁਐਸਚਨ ਹੈ, ਵਿਚ ਆਫ ਦੀ ਦਿਸ ਡਾਕੂਮੈਂਟ ਇਜ਼ ਰੈਪੀਕਲ ਆਫ ਦੀ ਕਸਟਮਰ ਅਕਾਊਂਟ ਇਨ ਦਾ ਬੁੱਕਸ ਆਫ ਦੀ ਬੈਂਕ। ਏ ਆਪਸ਼ਨ ਪਾਸਬੁੱਕ, ਡੈਬਿਟ ਨੋਟ, ਕ੍ਰੈਡਿਟ ਨੋਟ, ਕੈਸ਼ ਬੁੱਕ। ਦੱਸੋ 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਪਾਸਬੁੱਕ। ਠੀਕ ਹੈ, ਕਸਟਮਰ ਅਕਾਊਂਟ ਜਿਹੜੇ ਬੈਂਕ ਦੇ ਹੁੰਦਾ ਉਹ ਹਮੇਸ਼ਾ ਪਾਸਬੁੱਕ ਹੀ ਕਹਾਈ ਜਾਂਦੀ ਹੈ। ਠੀਕ ਹੈ, ਅਗਲਾ ਕੁਐਸਚਨ ਹੈ, 5000 ਪੇਡ ਹੈਜ਼ ਦ ਲੋਕਲ ਕਾਟੇਜ ਔਨ ਮਟੀਰੀਅਲ ਪਰਚੇਸਡ, ਹਾਊ ਐਵਰ ਦਿਸ ਅਮਾਊਂਟ ਵਾਸ ਬੁੱਕਡ ਅੰਡਰ ਮਿਸਸੈਲੇਨੀਅਸ ਐਕਸਪੈਂਸਿਸ ਅਕਾਊਂਟ ਇੰਸਟੈਡ ਆਫ ਕੈਰੇਜ ਇਨਵਰਡ, ਡਿਊ ਟੂ ਦਿਸ ਐਰਰ ਨੈਟ ਪ੍ਰੋਫਿਟ ਐਂਡ ਲੋਸ ਵਿਲ। ਦੱਸੋ, ਉਸਦਾ ਕਹਿਣ ਦਾ ਮਤਲਬ ਜਿਹੜਾ 5000 ਰੁਪਏ ਕਾਟੇਜ ਦਾ ਸੀ, ਜਦੋਂ ਮੈंने ਕੋਈ ਮਟੀਰੀਅਲ ਪਰਚੇਸ ਕੀਤਾ ਉਹ ਮੈंने ਕੈਰੇਜ ਇਨਵਰਡ 'ਚ ਪਾਉਣਾ ਸੀ, ਬਟ ਮੈਂ ਪਾਤਾ ਮਿਸਸੈਲੇਨੀਅਸ ਐਕਸਪੈਂਸਿਸ 'ਚ। ਅਤੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਮੈंने ਐਰਰ ਕੀਤਾ ਉਸ ਕਰਕੇ ਨੈਟ ਪ੍ਰੋਫਿਟ ਲੋਸ ਜਾਂ ਨੈਟ ਪ੍ਰੋਫਿਟ ਜਾਂ ਲੋਸ ਵਿੱਚ ਕੀ ਫਰਕ ਪਏਗਾ, ਦੱਸੋ ਮੈਨੂੰ। ਜੇ ਪ੍ਰੋਫਿਟ ਹੋ ਰਿਹਾ ਤਾਂ ਕੀ ਫਰਕ ਪਏਗਾ, ਜੇ ਲੋਸ ਹੋ ਰਿਹਾ ਤਾਂ ਕੀ ਫਰਕ ਪਏਗਾ। ਇਨਕਰੀਜ਼ ਹੋ ਜਾਏਗਾ 5000, ਘੱਟ ਜਾਏਗਾ 5000, ਜੇ 10000 ਨਾਲ ਵੱਧ ਜਾਏਗਾ, ਜਾਂ ਨੋਟ ਵੀ ਅਫੈਕਟਿਡ ਐਟ ਆਲ। ਦੱਸੋ
ਇਹਦਾ ਆਨਸਰ ਆਏਗਾ ਡੀ ਆਪਸ਼ਨ, ਕੋਈ ਵੀ ਇਫੈਕਟ ਨਹੀਂ ਕਰੇਗਾ। ਭਾਵੇਂ ਤੁਸੀਂ ਉਸ ਨੂੰ ਕੈਰੇਜ ਇਨਵਰਟ ਦੀ ਜਗ੍ਹਾ ਮਿਸਲੇਨੀਅਸ ਐਕਸਪੈਂਸਿਸ ਚ ਪਾਤਾ, ਉਸ ਦੇ ਨਾਲ ਉਸ ਦੇ ਉੱਪਰ ਕੋਈ ਫਰਕ ਨਹੀਂ ਪੈਣ ਵਾਲਾ। ਠੀਕ ਹੈ ਫਰੈਂਡਸ, ਨੋਟ ਬੀ ਅਫੈਕਟਡ ਐਟ ਆਲ। ਇਹ ਕਿਹੜਾ ਕੰਸੈਪਟ ਹੈ? ਰੈਕਟੀਫਿਕੇਸ਼ਨ ਆਫ ਐਰਰ। ਠੀਕ ਹੈ। ਸਿੰਕਿੰਗ ਫੰਡ ਇਜ਼ ਕ੍ਰੀਏਟਡ ਫॉर ਵਿਚ ਆਫ ਦਿਸ ਪਰਪਸ। ਤੁਹਾਨੂੰ ਹਰ ਮੈਂ ਸਿੰਕਿੰਗ ਫੰਡ ਬਾਰੇ ਨਹੀਂ ਸਮਝਾਇਆ, ਮਗਰ ਜੇ ਤੁਸੀਂ ਇਹ ਕੁਐਸਚਨ ਦਾ ਆਨਸਰ ਵੀ ਦੇ ਦੋਗੇ ਤਾਂ ਵੀ ਤੁਹਾਨੂੰ ਸਮਝ ਆ ਜਾਏਗਾ ਕਿ ਸਿੰਕਿੰਗ ਫੰਡ ਕਹਿੰਦੇ ਕਿਹਨੂੰ ਹੈ। ਠੀਕ ਹੈ। ਤੇ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਇਸ ਕੁਐਸਚਨ ਦੁਆਰਾ ਉਹਨਾਂ ਬੱਚਿਆਂ ਨੂੰ ਪਤਾ ਲੱਗ ਜਾਏਗਾ। ਪਹਿਲਾ ਆਪਸ਼ਨ ਹੈ ਟੂ ਰੀਪੇ ਆ ਰਿਡੀਮ ਆਫ ਲੌਂਗ ਟਰਮ ਫਿਕਸਡ ਲਾਇਬਿਲਿਟੀ, ਟੂ ਰਿਪਲੇਸ ਦਾ ਵੇਸਟਿੰਗ ਐਸੈਟ, ਟੂ ਰਿਪਲੇਸ ਦਾ ਡੈਪਰੀਸ਼ੀਏਬਲ ਐਸੈਟ। ਦੱਸੋ, ਜਾਂ ਆਲ ਆਫ 3? ਡੀ ਆਪਸ਼ਨ। ਕਿਹੜਾ ਆਪਸ਼ਨ ਲੱਗੇਗਾ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਡੀ ਆਪਸ਼ਨ। ਠੀਕ ਹੈ। ਆਪਾਂ ਸਿੰਕਿੰਗ ਫੰਡ ਕਿਹਦੇ ਲਈ ਕ੍ਰੀਏਟ ਕਰਦੇ ਹਾਂ? ਲੌਂਗ ਟਰਮ ਲਾਇਬਿਲਿਟੀ, ਜਿਹੜੀ ਫਿਕਸਡ ਲਾਇਬਿਲਿਟੀ ਪੇ ਕਰਨ ਲਈ, ਕੋਈ ਵੇਸਟਿੰਗ ਐਸੈਟ ਨੂੰ ਰਿਪਲੇਸ ਕਰਨ ਲਈ, ਠੀਕ ਹੈ, ਕੋਈ ਡੈਪਰੀਸ਼ੀਏਬਲ ਐਸੈਟ ਨੂੰ ਰਿਪਲੇਸ ਕਰਨ ਲਈ ਆਪਾਂ ਇੱਕ ਸਿੰਕਿੰਗ ਫੰਡ ਕ੍ਰੀਏਟ ਕਰ ਲੈਂਦੇ ਹਾਂ। ਠੀਕ ਹੈ। ਸਿੰਕਿੰਗ ਫੰਡ ਦੇ ਯੂਜ਼ ਨਾਲ ਆਪਾਂ 3 ਚੀਜ਼ਾਂ ਕਰ ਸਕਦੇ ਹਾਂ। ਠੀਕ ਹੈ। ਲਾਇਬਿਲਿਟੀ ਨੂੰ ਪੇ ਕਰ ਸਕਦੇ ਹਾਂ, ਕੋਈ ਵੇਸਟਿਡ ਐਸੈਟ ਨੂੰ ਰਿਪਲੇਸ ਕਰ ਸਕਦੇ ਹਾਂ, ਕੋਈ ਡੈਪਰੀਸ਼ੀਏਬਲ ਐਸੈਟ ਨੂੰ ਰਿਪਲੇਸ ਕਰ ਸਕਦੇ ਹਾਂ। ਰੈਵਨਿਊ ਇਜ਼ ਸੈਡ ਟੂ ਹੈਵ ਐਨ ਅਰਨਡ ਵੈਨ। ਜੇ ਰੈਵਨਿਊ ਇਜ਼ ਸੈਡ ਆਪਾਂ ਕਦ ਕਵਾਂਗੇ ਉਹ ਅਰਨ ਹੋ ਗਿਆ? ਦੱਸੋ ਮੈਨੂੰ। ਸੇਲ ਇਜ਼ ਮੇਡ, ਕੈਸ਼ ਇਜ਼ ਰਿਸੀਵਡ, ਗੁੱਡਸ ਆਰ ਮੈਨੂਫੈਕਚਰਡ, ਵੈਨ ਅਕਾਊਂਟਿੰਗ ਫੋਰ। ਦੱਸੋ। ਜਿਹੜੀ ਇਸ 'ਚ ਬੈਸਟ ਆਪਸ਼ਨ ਹੈ ਉਹੀ ਲਾਣੀ ਆਪਾਂ ਨੇ। ਠੀਕ ਹੈ ਨਾ। ਇਹਦਾ ਆਨਸਰ ਆਏਗਾ ਸੇਲ ਇਜ਼ ਮੇਡ। ਠੀਕ ਹੈ। ਜਦੋਂ ਸੇਲ ਹੋ ਜਾਏਗੀ ਉਦੋਂ ਹੀ ਮੈਂ ਕਹਾਂਗਾ ਕਿ ਰੈਵਨਿਊ ਇਜ਼ ਸੈਡ ਟੂ ਬੀ ਹੈਵ ਬੀਨ ਅਰਨਡ। ਠੀਕ ਹੈ ਨਾ। ਉਦੋਂ ਅਰਨ ਹੋ ਜਾਏਗੀ ਸਾਡੀ ਰੈਵਨਿਊ। ਅਗਲਾ ਕੁਐਸਚਨ ਹੈ ਵਿਚ ਆਫ ਥੀਸ ਆਈਟਮਸ ਵਿਲ ਅਪੀਅਰ ਇਨ ਦ ਮੈਨੂਫੈਕਚਰਿੰਗ ਅਕਾਊਂਟ। ਇਸ 'ਚ ਕਿਹੜੀ ਆਈਟਮਸ ਮੈਨੂਫੈਕਚਰਿੰਗ ਅਕਾਊਂਟ 'ਚ ਆਉਂਦੀਆਂ? ਦੱਸੋ ਮੈਨੂੰ। ਪਾਵਰ ਐਂਡ ਸਟੀਮ ਅਕਾਊਂਟ, ਸੈਲਰੀ ਐਂਡ ਵੇਜਿਸ ਅਕਾਊਂਟ, ਕੈਰੇਜ ਆਊਟਵਰਡ, ਗੁੱਡਵਿਲ ਰਿਟਰਨ ਆਫ। ਇਸ 'ਚੋਂ ਕਿਹੜਾ ਆਪਸ਼ਨ ਹੈ ਜਿਹੜਾ ਮੈਨੂਫੈਕਚਰਿੰਗ ਅਕਾਊਂਟ ਵਿੱਚ ਅਪੀਅਰ ਹੁੰਦਾ? ਦੱਸੋ। ਇਹਦਾ ਆਨਸਰ ਆਏਗਾ ਏ ਆਪਸ਼ਨ, ਪਾਵਰ ਐਂਡ ਸਟੀਮ ਅਕਾਊਂਟ। ਜਿਹੜਾ ਪਾਵਰ ਐਂਡ ਸਟੀਮ, ਤੁਸੀਂ ਬਾਕੀ ਆਪਸ਼ਨ ਵੀ ਦੇਖ ਲਓ। ਸੈਲਰੀ ਐਂਡ ਵੇਜਿਸ ਆ ਸਕਦੇ ਆ? ਨਹੀਂ, ਇਹ ਨਹੀਂ ਆਣਗੇ ਸੈਲਰੀ ਐਂਡ ਵੇਜਿਸ। ਕੈਰੇਜ ਆਊਟਵਰਡ ਨਹੀਂ ਆ ਸਕਦਾ, ਸੈਲਿੰਗ ਦੇ ਐਕਸਪੈਂਸਿਸ ਹੈ। ਗੁੱਡਵਿਲ ਰਿਟਰਨ ਆਫ ਇਹ ਵੀ ਨਹੀਂ ਆ ਸਕਦਾ। ਠੀਕ ਹੈ ਨਾ। ਇਹ ਆਪਣੇ ਉਹਦਾ ਕੋਈ ਦਾ ਲੈਣ ਦੇਣ ਕੋਈ ਨਹੀਂ ਹੈ। ਯਾਨੀ ਕਿ ਪਾਵਰ ਐਂਡ ਸਟਰੀਮ ਜਿਹੜੀ ਮੈਨੂਫੈਕਚਰਿੰਗ ਵਿੱਚ ਯੂਜ਼ ਹੁੰਦੀ ਹੀ ਹੁੰਦੀ ਹੈ, ਇੱਕ ਤਰ੍ਹਾਂ ਦਾ ਇਨਡਾਇਰੈਕਟ ਐਕਸਪੈਂਸ ਹੈ, ਉਹ ਕਿਸ ਵਿੱਚ ਆਏਗਾ? ਮੈਨੂਫੈਕਚਰਿੰਗ ਅਕਾਊਂਟ ਵਿੱਚ ਆਏਗਾ ਨਾ। ਤਾਂ ਪਾਵਰ ਐਂਡ ਸਟਰੀਮ ਕਿਸ 'ਚ ਆਏਗਾ? ਮੈਨੂਫੈਕਚਰਿੰਗ ਅਕਾਊਂਟ 'ਚ ਆਏਗਾ। ਸੋ ਉਰੇ ਇਹ ਆਪਸ਼ਨ ਲੱਗ ਜਾਏਗਾ। ਕ੍ਰੈਡਿਟ ਬੈਲੈਂਸ ਇਨ ਕੈਸ਼ ਬੁੱਕ ਮੀਨਸ, ਜੇ ਕੋਈ ਕ੍ਰੈਡਿਟ ਬੈਲੈਂਸ ਹੈ ਕੈਸ਼ ਬੁੱਕ ਦਾ, ਉਸ ਨੂੰ ਕੀ ਕਹਾਂਗਾ ਮੈਂ? ਬੈਂਕ ਓਵਰਡਰਾਫਟ, ਬੈਂਕ ਡਿਪੋਜ਼ਿਟ, ਐਫਡੀ ਵਿਦ ਬੈਂਕ, ਕੈਸ਼ ਇੰਬੈਜ਼ਲਮੈਂਟ। ਕਿਹੜਾ ਆਪਸ਼ਨ ਠੀਕ ਹੋਏਗਾ? ਇਹਦਾ ਆਨਸਰ ਆਏਗਾ ਬੈਂਕ ਓਵਰਡਰਾਫਟ। ਬੈਂਕ ਓਵਰਡਰਾਫਟ ਹੀ ਕਵਾਂਗੇ ਜੇ ਡਬਲ ਕਾਲਮ ਕੈਸ਼ ਬੁੱਕ ਹੈ। ਠੀਕ ਹੈ ਨਾ। ਕੈਸ਼ ਤੇ ਬੈਂਕ ਦੀ ਟ੍ਰਾਂਜੈਕਸ਼ਨਸ ਹੈ। ਹਮੇਸ਼ਾ ਕੈਸ਼ ਡੈਬਿਟ ਬੈਲੈਂਸ ਹੁੰਦਾ, ਬੈਂਕ ਦਾ ਵੀ ਡੈਬਿਟ ਬੈਲੈਂਸ ਹੁੰਦਾ। ਜੇ ਸਪੋਜ਼ ਕਰੋ ਕੈਸ਼ ਦਾ ਹਮੇਸ਼ਾ ਡੈਬਿਟ ਬੈਲੈਂਸ ਹੋਵੇ, ਕਦੇ ਵੀ ਕ੍ਰੈਡਿਟ ਬੈਲੈਂਸ ਨਹੀਂ ਹੋ ਸਕਦਾ। ਬੈਂਕ ਦਾ ਬਾਈ ਚਾਂਸ ਜੇ ਕ੍ਰੈਡਿਟ ਬੈਲੈਂਸ ਹੋ ਜੇ ਤਾਂ ਉਸਨੂੰ ਕੀ ਕਵਾਂਗਾ ਮੈਂ? ਬੈਂਕ ਓਵਰਡਰਾਫਟ। ਠੀਕ ਹੈ। ਉਸਨੂੰ ਕੀ ਕਵਾਂਗਾ ਮੈਂ? ਬੈਂਕ ਓਵਰਡਰਾਫਟ। ਠੀਕ ਹੈ। ਅਗਲਾ ਕੁਐਸਚਨ ਹੈ ਏ ਬੀ ਆਰ ਦੀ 2 ਪਾਰਟਨਰਸ ਇਨ ਅ ਫਰਮ ਹੈਜ਼ ਪਰ ਦੀ ਟਰਮਸ ਆਫ ਐਗਰੀਮੈਂਟ ਪਾਰਟਨਰਸ ਡਰਾਇੰਗ ਵਿਲ ਕੈਰੀ ਇੰਟਰਸਟ ਆਫ 10%। ਠੀਕ ਹੈ। ਏ ਬੀ ਜਿਹੜੇ 2 ਪਾਰਟਨਰ ਹੈ ਇੱਕ ਫਰਮ ਵਿੱਚ, ਤੇ ਇਹਨਾਂ ਦਾ ਇੱਕ ਐਗਰੀਮੈਂਟ ਹੋਇਆ ਪਿਆ ਜੇ ਕੋਈ ਡਰਾਇੰਗਸ ਹੋਣਗੀਆਂ, ਡਰਾਇੰਗਸ ਮਤਲਬ ਪਰਸਨਲ ਯੂਜ਼ ਲਈ ਮੈਂ ਕੁਝ ਖਰਚਾ ਲਵਾਂਗਾ ਬਿਜ਼ਨਸ 'ਚੋਂ, ਤਾਂ ਮੈਂ ਉਸਦੇ ਉੱਪਰ ਇੰਟਰਸਟ ਕਿੰਨਾ ਪੇ ਕਰਾਂਗਾ? 10%। ਠੀਕ ਹੈ। ਤਾਂ ਇਹ ਨੇ ਕੀ ਕੀਤਾ? ਆਪਣੇ ਫੰਡਸ ਕੱਢ ਲਏ ਬਿਜ਼ਨਸ ਵਿੱਚੋਂ। ਠੀਕ ਹੈ। ਕਦੋਂ ਸਾਲ ਵਿੱਚ ਕਿੰਨੀ ਵਾਰੀ ਉਹਨੇ ਬਿਜ਼ਨਸ ਵਿੱਚ ਆਪਣੇ ਫੰਡਸ ਕੱਢੇ ਆਪਣੀ ਡਰਾਇੰਗਸ ਲਈ, ਆਪਣੇ ਪਰਸਨਲ ਯੂਜ਼ ਲਈ। ਆਹ ਉਹਨੇ ਡਿਟੇਲ ਦਿੱਤੀ ਹੋਈ ਹੈ। ਪਹਿਲਾਂ ਤਾਂ ਉਹਨੇ ਅਪ੍ਰੈਲ 'ਚ ਕੱਢੇ 20,000 ਰੁਪਇਆ, ਫਿਰ ਉਹਨੇ ਜੂਨ 'ਚ ਕੱਢਿਆ 10,000 ਰੁਪਇਆ, ਫਿਰ ਉਹਨੇ 9 ਤਰੀਕ ਨੂੰ 9ਵੇਂ ਮਹੀਨੇ ਉਹਨੇ 20,000 ਰੁਪਇਆ ਕੱਢਿਆ। ਠੀਕ ਹੈ। ਇੱਕ ਤਰੀਕ ਨੂੰ। ਠੀਕ ਹੈ। ਅਤੇ ਆਪਾਂ ਨੇ ਇੰਟਰਸਟ ਪਤਾ ਕਰਨਾ ਇਹਦਾ। ਠੀਕ ਹੈ। 10% ਇੰਟਰਸਟ ਲੱਗਦਾ। ਠੀਕ ਹੈ। ਇਹ ਟੋਟਲ ਅਮਾਊਂਟ ਉਹਨੇ ਕੱਢੀ ਹੈ, ਫੰਡ ਕੱਢੇ ਆ ਉਹਨੇ। ਆਪਾਂ ਨੇ ਇੰਟਰਸਟ ਕੈਲਕੂਲੇਟ ਕਰਨਾ। ਠੀਕ ਹੈ। ਅਤੇ ਆਪਣਾ ਈਅਰ ਐਂਡ ਕਦੋਂ ਹੁੰਦਾ? 31/12/2012। ਠੀਕ ਹੈ ਨਾ। 31/12/2012। ਇਸਦਾ ਮਤਲਬ ਆਪਣਾ ਇਹਨਾਂ ਦਾ ਅਕਾਊਂਟਿੰਗ ਕਿਸ ਹਿਸਾਬ ਸੇ ਚੱਲੇਗਾ? 1 ਤੋਂ 31/12 ਤੱਕ। ਠੀਕ ਹੈ।
ਇਵੇਂ ਚੱਲੇਗਾ। ਠੀਕ ਹੈ, ਤਾਂ ਉਸ ਹਿਸਾਬ ਸਿਰ ਆਪਾਂ ਨੇ ਦੇਖਣਾ ਹੈ। ਠੀਕ ਹੈ, ਤਾਂ ਆਪਾਂ ਨੂੰ ਆਪਸ਼ਨ ਦਿੱਤੀ ਹੋਈ ਹੈ ਕਿ ਇੰਟਰਸਟ ਕਿੰਨਾ ਆਏਗਾ ਮੇਰਾ ਪੂਰੇ ਸਾਲ ਦਾ, ਜੇ ਮੈਂ ਤਿੰਨਾਂ ਫੰਡਸ ਨੂੰ ਲੈ ਕੇ ਚੱਲਾਂ ਤਾਂ। ਇਹ ਆਪਸ਼ਨ ਹੈ 2500, ਦੂਜਾ ਹੈਗਾ 2750, ਤੀਜਾ ਹੈਗਾ 1417 ਅਤੇ ਚੌਥਾ ਹੈਗਾ 2000। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਕੈਲਕੂਲੇਟ ਕਰਕੇ ਦੇਖੋ। ਤੁਹਾਨੂੰ ਮੈਂ 15 ਸੈਕਿੰਡ ਦਿੰਦਾ। ਇਹਦਾ ਦੇਖੋ ਤੁਸੀਂ ਕਿਵੇਂ ਕੱਢਾਂਗੇ ਆਪਾਂ। ਤੁਹਾਨੂੰ ਪਹਿਲਾਂ ਮੈਂ ਆਨਸਰ ਦੱਸ ਦਿੰਦਾ ਕੀ ਆਨਸਰ ਆਏਗਾ। ਬੀ ਆਪਸ਼ਨ ਆਏਗਾ 2750। ਠੀਕ ਹੈ, ਉਰੇ ਤੁਹਾਨੂੰ ਮੈਂ ਦੱਸ ਦਿੰਦਾ ਕਿ ਆਪਾਂ ਜਿਵੇਂ 20 ਆ ਰਿਹਾ। ਠੀਕ ਹੈ, ਇਹ 1/4 ਦੀ ਗੱਲ ਕਰ ਰਹੇ, ਯਾਨੀ ਕਿ ਆਪਣਾ ਸਾਲ ਕਦੋਂ ਸਟਾਰਟ ਹੁੰਦਾ ਸੀ? 1/1 ਤੋਂ। ਠੀਕ ਹੈ ਨਾ, 1/1 ਤੋਂ ਸਟਾਰਟ ਹੁੰਦਾ ਸੀ। ਠੀਕ ਹੈ, 3 ਮਹੀਨੇ ਤਾਂ ਲੰਘ ਗਏ ਮੇਰੇ, ਤਾਂ ਮੇਰੇ 20,000 ਦਾ 10% ਕਿੰਨਾ ਹੋਇਆ? 2000। ਇਹਦਾ 9/12। ਠੀਕ ਹੈ ਨਾ, 10% ਕੱਢ ਕੇ ਉਸਦੇ ਉੱਪਰ ਲਾਣਾ 9/12। ਠੀਕ ਹੈ, ਮੰਥਲੀ ਤਾਂ ਦੇਖਣੇ ਆ ਨਾ ਆਪਾਂ ਨੇ, ਤਾਂ 9/12 ਕੋਈ 3 ਮਹੀਨੇ ਲੰਘ ਚੁੱਕੇ, ਉਹਨੇ 1/4 ਨੂੰ ਕੱਢੇ ਆ ਪੈਸੇ, ਤਾਂ ਉਸ ਹਿਸਾਬ ਸਿਰ ਹੀ ਕੈਲਕੂਲੇਟ ਹੋਏਗਾ ਇੰਟਰਸਟ। ਠੀਕ ਹੈ, ਤਾਂ ਉਹਦਾ ਕਿੰਨਾ ਆ ਜਾਏਗਾ? 1500 ਆ ਜਾਏਗਾ, 1500। ਠੀਕ ਹੈ, ਤਾਂ ਦੂਜੇ ਦਾ ਕਿਵੇਂ ਕੱਢਾਂਗੇ? 10,000। 10,000 ਦਾ 1000 ਆ ਜਾਏਗਾ, 10%। ਠੀਕ ਹੈ, 1/6 ਨੂੰ ਕੱਢ ਰਹੇ ਹਾਂ, ਤਾਂ ਕਿੰਨੇ ਮਹੀਨੇ ਦਾ ਇਹਦੇ ਉੱਪਰ ਇੰਟਰਸਟ ਲੱਗੇਗਾ? 1/12 ਤੱਕ ਲੱਗੇਗਾ ਨਾ, 31/12 ਤੱਕ, ਸੋਰੀ 31/12 ਤੱਕ ਲੱਗੇਗਾ। ਤਾਂ ਕਿੰਨਾ ਹੋ ਗਿਆ? 7 ਮਹੀਨੇ ਹੋ ਗਏ 12 ਵਿੱਚੋਂ। ਇਹਦਾ ਜਿੰਨਾ ਆਏਗਾ, ਇਹਦਾ ਪੁਆਇੰਟਾਂ 'ਚ ਆਏਗਾ ਕੁਛ। ਠੀਕ ਹੈ, ਇਹਦਾ ਜਿੰਨਾ ਪੁਆਇੰਟਾਂ 'ਚ ਆਏਗਾ। ਅਤੇ ਤੀਜੇ ਦਾ ਕਿੰਨਾ ਹੈ? 1/9 ਨੂੰ ਕੱਢੇ ਉਹਨੇ ਪੈਸੇ 20,000, ਤਾਂ ਉਹਦਾ ਜਿਹੜਾ ਇੰਟਰਸਟ ਕਿੰਨਾ ਲੱਗੇਗਾ? 2,000 ਮਲਟੀਪਲਾਈ 4 ਮਹੀਨੇ, ਕਿਉਂਕਿ 31/12 ਤੱਕ ਹੈ। ਇਹਦਾ ਜਿੰਨਾ ਆਏਗਾ ਪੁਆਇੰਟਾਂ ਵਿੱਚ ਆਏਗਾ ਜਿੰਨਾ ਵੀ। ਠੀਕ ਹੈ ਨਾ, ਇਹਨਾਂ ਤਿੰਨਾਂ ਨੂੰ ਐਡ ਕਰਾਂਗੇ ਜਦ ਆਪਾਂ 1500 ਵਿੱਚ ਇਸਦਾ ਜਿਹੜਾ ਕੈਲਕੂਲੇਟ ਕਰਕੇ ਪੁਆਇੰਟਾਂ ਦਾ ਆਏਗਾ ਉਸ ਨੂੰ ਐਡ ਕਰਾਂਗੇ, ਅਤੇ ਇਸ ਨੂੰ ਜਿੰਨਾ ਕੈਲਕੂਲੇਟ ਕਰਕੇ ਆਏਗਾ ਉਸ ਨੂੰ ਐਡ ਕਰਾਂਗੇ। ਠੀਕ ਹੈ, ਜਿੰਨਾ ਐਡ ਕਰਾਂਗੇ, ਐਡ ਕਰਕੇ ਕਿੰਨਾ ਆ ਜਾਏਗਾ ਮੇਰਾ? 2750। ਇੰਨਾ ਮੇਰਾ ਆਨਸਰ ਆ ਜਾਏਗਾ। ਠੀਕ ਹੈ ਨਾ ਫਰੈਂਡਸ। ਅਤੇ ਜਿਹੜੇ ਬੱਚਿਆਂ ਨੇ ਮੈਨੂੰ ਹਰੇਕ ਬੱਚੇ ਨੇ ਇਸਦਾ ਮੈਨੂੰ ਦੱਸਣਾ ਹੈ ਕਿ ਪੁਆਇੰਟਾਂ ਵਿੱਚ ਉਹਦਾ ਕਿੰਨਾ ਆਨਸਰ ਆ ਰਿਹਾ। ਠੀਕ ਹੈ ਨਾ, ਕਿ ਸਾਰੇ ਬੱਚਿਆਂ ਦਾ ਇੱਕੋ ਹੀ ਆਨਸਰ ਆ ਰਿਹਾ। ਠੀਕ ਹੈ ਨਾ, ਤਾਂ ਮੈਨੂੰ ਇਹ 10,000 ਦਾ ਵੀ ਕੱਢਿਓ, 20,000 ਦਾ ਵੀ ਕੱਢਿਓ। ਠੀਕ ਹੈ, ਇਹ ਤੁਹਾਡੇ ਲਈ ਹੋਮਵਰਕ ਹੈ। ਤੁਸੀਂ ਇਹਨਾਂ ਦੋਨਾਂ ਦਾ ਮੈਨੂੰ ਪੁਆਇੰਟਾਂ ਵਿੱਚ ਕੱਢ ਕੇ ਤੁਹਾਨੂੰ ਟੋਟਲ ਦੱਸਿਓ ਕਿ 2750 ਕਿਵੇਂ ਬਣਿਆ। ਠੀਕ ਹੈ, ਠੀਕ ਹੈ ਨਾ ਫਰੈਂਡਸ। ਤਾਂ 9ਵੇਂ ਕੁਐਸਚਨ ਦਾ ਤੁਸੀਂ ਇੱਕ ਵਾਰੀ ਕਮੈਂਟ ਸੈਕਸ਼ਨ ਵਿੱਚ ਦੱਸਿਓ ਕਿਵੇਂ ਕੈਲਕੂਲੇਟ ਕੀਤਾ ਤੁਹਾਨੂੰ। ਠੀਕ ਹੈ, ਮੈਂ ਤੁਹਾਨੂੰ ਇੱਕ ਵਾਰੀ ਦੱਸ ਵੀ ਦਿੱਤਾ, ਮੈਂ ਤੁਸੀਂ ਤਾਂ ਵੀ ਇੱਕ ਵਾਰੀ ਮੈਨੂੰ ਜ਼ਰੂਰ ਦੱਸਿਓ। ਅਗਲਾ ਕੁਐਸਚਨ ਹੈ, ਇਫ ਆਊਟਸਾਈਡ ਲਾਇਬਿਲਿਟੀ ਐਂਡ ਓਨਰ ਇਕੁਇਟੀ ਆਰ ਐਡਿਡ। ਜੇ ਆਪਾਂ ਆਊਟਸਾਈਡ ਲਾਇਬਿਲਿਟੀ ਨੂੰ ਅਤੇ ਓਨਰ ਇਕੁਇਟੀ ਨੂੰ ਪਲੱਸ ਕਰ ਦਿੰਦੇ ਹਾਂ ਤਾਂ ਆਪਾਂ ਕੀ ਪਾਉਂਦੇ ਹਾਂ? ਦੱਸੋ। ਟੋਟਲ ਲਾਇਬਿਲਿਟੀ ਪਾਉਂਦੇ ਹਾਂ, ਨੈਟਵਰਥ ਪਾਉਂਦੇ ਹਾਂ, ਸ਼ੇਅਰ ਹੋਲਡਰ ਫੰਡ ਪਾਉਂਦੇ ਹਾਂ, ਗਰੋਸ ਬਲੋਕ ਪਾਉਂਦੇ ਹਾਂ। ਇਹਦਾ ਆਨਸਰ ਆਏਗਾ ਟੋਟਲ ਲਾਇਬਿਲਿਟੀ। ਆਪਾਂ ਟੋਟਲ ਲਾਇਬਿਲਿਟੀ ਪਾਉਂਦੇ ਹਾਂ ਜੇ ਆਪਾਂ ਆਊਟਸਾਈਡ ਲਾਇਬਿਲਿਟੀ ਨੂੰ ਐਡ ਕਰ ਲਈ ਅਤੇ ਓਨਰਸ ਇਕੁਇਟੀ ਨੂੰ ਐਡ ਕਰ ਲਈ। ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ, ਹੈਜ਼ ਪਰ ਕੰਪਨੀਜ਼ ਐਕਟ 1956 ਵਿਚ ਆਫ ਥੀਸ ਆਰ ਅਲਾਊਡ ਟੂ ਕ੍ਰੀਏਟ ਦੀ ਸੀਕ੍ਰੇਟ ਰਿਜ਼ਰਵਸ ਇਨ ਦਿਸ ਬੁੱਕਸ ਆਫ ਅਕਾਊਂਟ। ਕੰਪਨੀ ਐਕਟ ਦੁਆਰਾ 96 ਦੇ ਹਿਸਾਬ ਸਿਰ ਕਿਹੜੇ ਕਿਹੜੇ ਆਪਾਂ ਜਿਹੜੇ ਥੱਲੇ ਆਪਸ਼ਨ ਦਿੱਤੇ ਹੈ ਉਸ ਨੂੰ ਆਪਾਂ ਇੱਕ ਸੀਕ੍ਰੇਟ ਰਿਜ਼ਰਵ ਵਿੱਚ ਆਪਾਂ ਬੁੱਕਸ ਆਫ ਅਕਾਊਂਟ ਵਿੱਚ ਕ੍ਰੀਏਟ ਕਰ ਸਕਦੇ ਹਾਂ। ਦੱਸੋ ਕਿਹੜੇ ਕਿਹੜੇ ਆਪਾਂ ਕਿਸ ਲਈ ਸੀਕ੍ਰੇਟ ਰਿਜ਼ਰਵਸ ਕ੍ਰੀਏਟ ਕਰ ਸਕਦੇ ਹਾਂ, ਮਤਲਬ ਕਿਹੜੀ ਕਿਹੜੀ ਕੰਪਨੀਜ਼ ਲਈ ਆਪਾਂ ਸੀਕ੍ਰੇਟ ਰਿਜ਼ਰਵਸ ਕ੍ਰੀਏਟ ਕਰ ਸਕਦੇ ਹਾਂ। ਇਹ ਆਪਸ਼ਨ ਹੈ ਬੈਂਕਿੰਗ ਕੰਪਨੀਜ਼, ਬੀ ਹੈ ਇੰਸ਼ੋਰੈਂਸ ਕੰਪਨੀਜ਼, ਸੀ ਹੈ ਇਲੈਕਟ੍ਰਿਸਿਟੀ ਕੰਪਨੀਜ਼, ਡੀ ਹੈ all of the three। ਇਹਦਾ ਆਨਸਰ ਆਏਗਾ ਡੀ ਆਪਸ਼ਨ। ਆਪਾਂ ਬੈਂਕਿੰਗ ਕੰਪਨੀਜ਼ ਲਈ ਵੀ ਸੀਕ੍ਰੇਟ ਰਿਜ਼ਰਵਸ ਕ੍ਰੀਏਟ ਕਰ ਸਕਦੇ ਹਾਂ। ਠੀਕ ਹੈ, ਇੰਸ਼ੋਰੈਂਸ ਲਈ ਵੀ, ਠੀਕ ਹੈ, ਅਤੇ ਇਲੈਕਟ੍ਰਿਸਿਟੀ ਕੰਪਨੀਜ਼ ਲਈ ਵੀ। ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ, ਡੈਸ਼ ਇਜ਼ ਦਾ ਸੀਕ੍ਰੇਟ ਰਿਜ਼ਰਵ ਯੂਜ਼ਲੀ ਕ੍ਰੀਏਟਡ ਟੂ ਪ੍ਰੋਵਾਈਡ ਫॉर ਦੀ ਲੋਸ ਬਾਈ ਵੇ ਆਫ ਫਲਕਚੁਏਸ਼ਨ ਇਨ ਦਾ ਵੈਲਿਊ ਆਫ ਇਨਵੈਸਟਮੈਂਟ। ਇੱਕ ਤਰ੍ਹਾਂ ਦਾ ਰਿਜ਼ਰਵ ਹੈ ਜਿਸ ਨੂੰ ਆਪਾਂ ਹਮੇਸ਼ਾ ਕ੍ਰੀਏਟ ਕਰਦੇ ਹਾਂ ਕਾਹਦੇ ਲਈ? ਜੇ ਕੋਈ ਲੋਸ ਹੋ ਜੇ
ਜੇ ਕੋਈ ਲੋਸ ਹੋ ਜਾਏ, ਜਦੋਂ ਆਪਾਂ ਕਿਸੇ ਚੀਜ਼ 'ਚ ਇਨਵੈਸਟਮੈਂਟ ਕੀਤੀ ਉਹ 'ਚ ਕੋਈ ਫਲਕਚੁਏਸ਼ਨ ਆ ਜਾਵੇ, ਉਹਦੇ ਨਾਲ ਮੈਨੂੰ ਕੋਈ ਲੋਸ ਹੋ ਜਾਏ, ਉਸ ਲਈ ਮੈਂ ਇੱਕ ਪਹਿਲੇ ਹੀ ਐਡਵਾਂਸ ਇੱਕ ਸੀਕ੍ਰੇਟ ਰਿਜ਼ਰਵ ਕ੍ਰੀਏਟ ਕਰਾਂ। ਉਸ ਦਾ ਕੀ ਨਾਮ ਹੋਏਗਾ, ਉਸ ਸੀਕ੍ਰੇਟ ਰਿਜ਼ਰਵ ਦਾ ਕੀ ਨਾਮ ਹੋਏਗਾ? ਪਹਿਲਾ ਆਪਸ਼ਨ ਹੈ ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ, ਬੀ ਹੈ ਫੋਰਨ ਐਕਸਚੇਂਜ ਫਲਕਚੁਏਸ਼ਨ ਫੰਡ, ਸੀ ਹੈ ਜਨਰਲ ਰਿਜ਼ਰਵ, ਡੀ ਹੈ ਕੈਪੀਟਲ ਰਿਜ਼ਰਵ। ਦੱਸੋ। ਇਹਦਾ ਆਨਸਰ ਆਏਗਾ ਏ ਆਪਸ਼ਨ, ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ। ਆਪਾਂ ਕਿੱਥੇ ਕੋਈ ਇਨਵੈਸਟਮੈਂਟ ਕੀਤੀ, ਉੱਥੇ ਕੁਝ ਮਿਸ ਹੈਪਨਿੰਗ ਹੋ ਗਈ, ਟਾਈਮ ਦੇ ਹਿਸਾਬ ਸਿਰ ਕੁਝ ਵੀ ਹੋ ਸਕਦਾ, ਠੀਕ ਹੈ। ਲੋਸ ਹੋ ਗਿਆ ਮੈਨੂੰ, ਫਲਕਚੁਏਸ਼ਨ ਮਤਲਬ ਉਤਰਾਅ ਚੜਾਵ ਹੋ ਗਿਆ ਇਨਵੈਸਟਮੈਂਟ ਵਿੱਚ, ਠੀਕ ਹੈ। ਕੁਝ ਵੀ ਹੋ ਗਿਆ, ਕੋਈ ਮਾਰਕੀਟ ਕੀ ਨਾਮ ਹੈ, ਮਾਰਕੀਟ ਦਾ ਇਨਵਾਇਰਮੈਂਟ ਐਸਾ ਸੀ, ਕੁਝ ਵੀ ਹੋ ਗਿਆ, ਤਾਂ ਆਪਣਾ ਲੋਸ ਹੋ ਗਿਆ। ਆਪਾਂ ਲੋਸ ਨੂੰ ਪਹਿਲੇ ਇੱਕ ਵਾਰ ਐਸਟੀਮੇਟ ਕਰਕੇ ਚੱਲ ਰਹੇ ਹਾਂ ਕਿ ਮੈਨੂੰ ਪਹਿਲੇ ਇੱਕ ਰਿਜ਼ਰਵ ਕ੍ਰੀਏਟ ਕਰ ਲੈਣਾ ਚਾਹੀਦਾ, ਤਾਂ ਕਿ ਜੇ ਕੋਈ ਮੈਨੂੰ ਫਲਕਚੁਏਸ਼ਨ ਵਿੱਚ ਲੋਸ ਹੋਵੇ ਤਾਂ ਇਜ਼ੀਲੀ ਮੇਰਾ ਕੀ ਹੋ ਜਾਏ, ਠੀਕ, ਕੰਪਲੀਟ ਹੋ ਜਾਵੇ, ਠੀਕ ਹੈ ਨਾ, ਮਤਲਬ ਮੈਂ ਰਿਕਵਰ ਕਰ ਪਾਵਾਂ, ਠੀਕ ਹੈ ਨਾ ਫਰੈਂਡਸ। ਤਾਂ ਉਸ ਨੂੰ ਕਹਾਂਗੇ ਆਪਾਂ ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ। ਅਗਲਾ ਕੁਐਸਚਨ ਹੈ ਐਕਸ ਡਰਾ 3 months ਬਿਲ ਆਫ ਐਕਸਚੇਂਜ ਫॉर 25,000 ਅਪੋਨ ਵਾਈ ਔਨ 23/10/2012, ਫਾਈਂਡ ਦੀ ਡਿਊ ਡੇਟ ਆਫ ਦੀ ਬਿਲ। ਐਕਸ ਨੇ ਡਰੋ ਕੀਤਾ ਬਿੱਲ 3 ਮਹੀਨਿਆਂ ਦਾ, ਬਿਲ ਐਕਸਚੇਂਜ ਦਾ 25,000 ਦੀ ਅਮਾਊਂਟ ਸੀ, ਕਿਹਦੇ ਉੱਪਰ, ਵਾਈ ਉੱਪਰ, ਸੌਰੀ ਵਾਈ ਉੱਪਰ, ਠੀਕ ਹੈ ਨਾ ਫਰੈਂਡਸ, ਵਾਈ ਉੱਪਰ। ਤਾਂ ਉਹਦੀ ਡਿਊ ਡੇਟ ਕਿੰਨੀ ਬਣਦੀ ਸੀ, 23 ਨਹੀਂ ਡਿਊ ਡੇਟ ਤਾਂ ਨਹੀਂ ਹਲੇ ਉਹਨੇ ਕਹੀ, ਡਿਊ ਡੇਟ ਤਾਂ ਆਪਾਂ ਨੇ ਦੱਸਣੀ ਹੈ, ਠੀਕ ਹੈ। ਉਹਨੇ ਐਕਸ ਨੇ ਡਰਾ ਕੀਤਾ ਬਿੱਲ 3 ਮਹੀਨਿਆਂ ਦਾ, 3 ਮਹੀਨਿਆਂ ਦਾ ਬਿੱਲ ਡਰਾ ਕੀਤਾ, ਤਾਂ 25,000 ਦੀ ਅਮਾਊਂਟ ਸੀ। ਉਹਨੇ ਕਦੋਂ ਡਰਾ ਕੀਤਾ, ਕਿਹੜੀ ਡੇਟ ਸੀ, 23/10/2012, 23/10/2012। ਤਾਂ ਆਪਾਂ ਨੇ ਡਿਊ ਡੇਟ ਦੱਸਣੀ ਹੈ ਕਿ ਉਹ ਕਦ ਡਿਊ ਡੇਟ ਆਏਗੀ, ਜਦ ਵਾਈ ਜਿਹੜਾ ਐਕਸ ਨੂੰ ਪੇ ਕਰੇਗਾ ਬਿੱਲ, ਠੀਕ ਹੈ ਨਾ। ਐਕਸ ਕੀ ਹੈ ਇਸ ਵਿੱਚ, ਡਰੋਰ, ਤੇ ਵਾਈ ਕੀ ਹੈ, ਡਰੋਈ, ਠੀਕ ਹੈ। ਵਾਈ ਕੀ ਹੈ, ਡਰੋਈ, ਐਕਸ ਕੀ ਹੈ, ਡਰੋਰ। ਤਾਂ ਐਕਸ ਨੇ ਡਰੋ ਕੀਤਾ ਬਿੱਲ ਕਿਉਂਕਿ ਐਕਸ ਮਾਲ ਵੇਚ ਰਿਹਾ, ਕਿਹਨੂੰ ਵੇਚ ਰਿਹਾ, ਵਾਈ ਨੂੰ ਵੇਚ ਰਿਹਾ, ਠੀਕ ਹੈ। ਉਹਨੇ ਬਿੱਲ ਡਰੋ ਕੀਤਾ, ਤਾਂ 3 ਮਹੀਨੇ ਦੀ ਉਹਨੇ ਮਿਆਦ ਪਾਤੀ ਬਿੱਲ ਐਕਸਚੇਂਜ 25,000 ਦੀ ਅਮਾਊਂਟ ਦੇ ਉੱਪਰ, ਠੀਕ ਹੈ, ਬਿੱਲ ਬਣਾ ਕੇ। ਤਾਂ 3 ਮਹੀਨੇ ਬਾਅਦ, 3 ਮਹੀਨੇ ਦੀ ਜਿਹੜੀ ਮਿਆਦ ਪਾਈ, ਜਿਸ ਦਿਨ ਤੋਂ ਉਹਨੇ ਮਿਆਦ ਪਾਈ ਉਹ ਕਿਹੜੀ ਡੇਟ ਸੀ, 23/10/2012। ਤਾਂ ਦੱਸੋ ਮੈਨੂੰ ਡਿਊ ਡੇਟ 'ਤੇ ਆਪਾਂ ਨੂੰ ਕਦੋਂ ਵਾਈ ਜਿਹੜਾ ਪੇਮੈਂਟ ਕਰੇਗਾ ਐਕਸ ਨੂੰ, ਕਿਹੜੀ ਡੇਟ 'ਤੇ ਕਰੇਗਾ। 23/10 ਤੋਂ ਬਾਅਦ 3 ਮਹੀਨੇ ਤੁਸੀਂ ਪਲੱਸ ਕਰੋਗੇ ਤਾਂ ਕਿਹੜੀ ਡੇਟ ਆਏਗੀ, ਦੱਸੋ ਮੈਨੂੰ। ਇਹ 24/1/13, 25/1/13, 26/1/13, 23/1/13। ਜਿਹੜੇ ਬੱਚਿਆਂ ਨੇ ਮੇਰਾ ਬਿੱਲ ਐਕਸਚੇਂਜ ਵਾਲਾ ਕੰਸੈਪਟ ਸੁਣਿਆ ਹੋਇਆ, ਤਾਂ ਉਸ ਵਿੱਚ ਤੁਸੀਂ ਇਸ ਦਾ ਜਿਹੜਾ ਆਨਸਰ ਤੁਸੀਂ ਬਿਲਕੁਲ ਸਹੀ ਦਿਓਗੇ, ਠੀਕ ਹੈ ਨਾ। ਦੱਸੋ। ਮੇਰੀ ਡਿਊ ਡੇਟ ਕੀ ਬਣੇਗੀ, ਵਾਈ ਨੂੰ, ਵਾਈ ਕਦੋਂ ਪੇ ਕਰੇਗਾ, ਕਿਹੜੀ ਡਿਊ ਡੇਟ 'ਤੇ ਪੇ ਕਰੇਗਾ ਐਕਸ ਨੂੰ। ਇਹਦਾ ਆਨਸਰ ਆਏਗਾ ਸੀ ਆਪਸ਼ਨ, 26/1/13। ਕਿਉਂ 13? ਕਿਉਂਕਿ ਡਿਊ ਡੇਟ ਤਾਂ ਚਲੋ 23/1/13 ਹੀ ਬਣੇਗੀ, ਠੀਕ ਹੈ ਨਾ। 3 ਮਹੀਨੇ ਜਦੋਂ ਆਪਾਂ ਪਲੱਸ ਕਰਾਂਗੇ ਤਾਂ 23/1/13 ਹੀ ਬਣੇਗੀ। ਬਟ ਜੇ ਆਪਾਂ ਤੁਹਾਨੂੰ ਮੈਂ ਗੱਲ ਦੱਸਾਂ ਤਾਂ ਉੱਪਰ 3 ਦਿਨ ਐਕਸਟਰਾ ਮਿਲਦੇ ਆ, 3 ਦਿਨ ਐਕਸਟਰਾ ਮਿਲਦੇ ਆ। ਇਹ ਉਹਨਾਂ ਬੱਚਿਆਂ ਨੂੰ ਸਮਝ ਆ ਸਕਦਾ ਜਿਨ੍ਹਾਂ ਨੇ ਮੇਰਾ ਬਿੱਲ ਐਕਸਚੇਂਜ ਵਾਲਾ ਕੰਸੈਪਟ ਜਿਹੜਾ ਲੈਕਚਰ ਆ ਉਹ ਜਿਹੜਾ ਸੁਣਿਆ ਹੋਏਗਾ, ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ ਅੰਡਰ ਵਿਚ ਮੈਥਡ ਆਫ ਡੈਪਰੀਸ਼ੀਏਸ਼ਨ ਐਨੂਅਲ ਡੈਪਰੀਸ਼ੀਏਸ਼ਨ ਗੋਜ਼ ਔਨ ਡਿਕਰੀਜ਼ਿੰਗ। ਕਿਹੜੇ ਮੈਥਡ ਵਿੱਚ ਮੇਰੀ ਐਨੂਅਲ ਡੈਪਰੀਸ਼ੀਏਸ਼ਨ ਘਟਦੀ ਜਾਂਦੀ ਹੈ, ਦੱਸੋ। ਰਿਡਿਊਸਿੰਗ ਬੈਲੈਂਸ ਮੈਥਡ, ਸਟ੍ਰੇਟ ਲਾਈਨ ਮੈਥਡ, ਐਨੂਟੀ ਮੈਥਡ, ਨਨ। ਦੱਸੋ। ਇਹਦਾ आंसर आएगा रिड्यूसिंग बैलेंस मैथड। रिड्यूसिंग बैलेंस मैथड ऐसा है, ठीक है ना, जिसमें डिमिनिशिंग मैथड भी कहते हैं इसमें, ठीक है ना, जिस ਨਾਲ ਮੇਰੀ ਡੈਪਰੇਸ਼ਨ ਹੈ ਹਰੇਕ ਸਾਲ ਘਟਦੀ ਹੀ ਜਾਂਦੀ ਹੈ, ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਥੀਸ ਆਈਟਮਸ ਵਿਲ ਨੋਟ ਬੀ ਕੈਪੀਟਲਾਈਜ਼ਡ ਅਲੋਂਗ ਵਿਦ ਐਸਿਡ। ਕਿਹੜੀ ਇਹਨਾਂ ਚੋਂ ਆਈਟਮਸ ਹੈ ਜੋ ਮੈਂ ਕੈਪੀਟਲਾਈਜ਼ ਨਹੀਂ ਕਰਦਾ ਵਿਦ ਇਨ ਐਸਿਡ ਵਿੱਚ, ਦੱਸੋ। ਇੰਸਟਾਲੇਸ਼ਨ ਚਾਰਜਿਸ, ਐਨੂਅਲ ਰਿਪੇਅਰ ਐਂਡ ਮੇਨਟੇਨੈਂਸ, ਸਟੈਚੂਟਰੀ ਲੈਵੀਜ਼, ਫਰੇਟ ਐਂਡ ਇੰਸ਼ੋਰੈਂਸ। ਦੱਸੋ।
ਇਹਦਾ ਆਂਸਰ ਆਏਗਾ ਬੀ ਆਪਸ਼ਨ। ਜਿਹੜੀ ਐਨੂਅਲ ਰਿਪੇਅਰ ਹੈ ਮੇਨਟੇਨੈਂਸ ਹੈ ਉਹ ਮੈਥਡ ਵਿੱਚ ਕਦੇ ਵੀ ਕੈਪੀਟਲਾਈਜ਼ ਨਹੀਂ ਕਰਦਾ। ਇੰਸਟਾਲੇਸ਼ਨ ਚਾਰजेस ਕਰਦਾ, ਸੈਚੁਰੀ ਲੈਵਿਸ ਕਰਦਾ, ਫਰੇਟ ਐਂਡ ਇੰਸ਼ੋਰੈਂਸ ਕਰਦਾ। ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ ਔਨ ਦੀ ਡੈਬਿਟ ਸਾਈਡ ਆਫ ਦੀ ਸੇਲਸ ਅਕਾਊਂਟ ਐਂਟਰੀ ਕੈਨ ਬੀ ਵਿਚ ਆਫ ਦਿਸ ਰੀਜ਼ਨ। ਜੇ ਕੋਈ ਡੈਬਿਟ ਸਾਈਡ ਮੈਂ ਸੇਲਸ ਅਕਾਊਂਟ ਦੀ ਐਂਟਰੀ ਪਾ ਰਿਹਾ ਕਿਹੜੇ ਕਾਰਨ ਹੋਣਗੇ ਜਦ ਮੈਂ ਸੇਲ ਅਕਾਊਂਟ ਵਿੱਚ ਡੈਬਿਟ ਸਾਈਡ ਤੇ ਕੋਈ ਐਂਟਰੀ ਪਾਵਾਂਗਾ, ਨਹੀਂ ਤਾਂ ਮੈਂ ਕ੍ਰੈਡਿਟ ਸਾਈਡ ਤੇ ਪਾਣਾ। ਦੱਸੋ ਮੈਨੂੰ ਕਿਹੜਾ ਆਪਸ਼ਨ ਹੋਏਗਾ? ਸੇਲ ਰਿਟਰਨ, ਡਿਸਕਾਊਂਟ ਅਲਾਉਡ, ਬੋਥ, ਐਡੀਸ਼ਨਲ ਸੇਲਸ। ਇਹਦਾ ਆਂਸਰ ਆਏਗਾ ਸੀ, ਸੇਲ ਰਿਟਰਨ ਹੋ ਜੇ, ਜੇ ਮੇਰੇ ਕੋਲ ਮਾਲ ਵਾਪਸ ਆ ਜਾਏ, ਮੇਰਾ ਵਿਕਿਆ ਹੋਇਆ ਮਾਲ ਵਾਪਸ ਆ ਜਾਏ ਤਾਂ ਮੈਂ ਡੈਬਿਟ ਕਰਾਂਗਾ। ਡਿਸਕਾਊਂਟ ਅਲਾਉਡ ਯਾਨੀ ਕਿ ਮੈਨੇ ਕਿਸੇ ਨੂੰ ਡਿਸਕਾਊਂਟ ਦਿੱਤਾ ਤਾਂ ਮੈਂ ਡੈਬਿਟ ਕਰਾਂਗਾ। ਠੀਕ ਹੈ, ਤਾਂ ਉਰੇ ਆਪਾਂ ਕੀ ਕਵਾਂਗੇ? ਸੀ, ਬੋਥ ਦੋਨਾਂ 'ਚ। ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ ਅ ਪਰਸਨ ਇਜ਼ ਸੈਡ ਟੂ ਬੀ ਇਨਸੋਲਵੈਂਟ। ਕਦ ਪਰਸਨ ਨੂੰ ਆਪਾਂ ਇੱਕ ਤਰ੍ਹਾਂ ਨਾਲ ਦਿਵਾਲੀਆ ਘੋਸ਼ਿਤ ਕਰਾਂਗੇ? ਵੈਨ ਹੀ ਇਜ਼ ਅਨੇਬਲ ਟੂ ਪੇ ਅ ਲਾਇਬਿਲਿਟੀ, ਹੈਜ਼ ਰਨ ਇਨ ਟੂ ਹੈਵੀ ਬਿਜ਼ਨਸ ਲੋਸਿਸ, ਇਨ ਸ਼ੋਰਟ ਆਫ ਦੀ ਨੈਸੈਸਰੀ ਕੈਸ਼ ਇਨ ਹੈਂਡ, ਆਲ ਆਫ ਦੀ ਥ੍ਰੀ। ਦੱਸੋ ਕਿਹੜਾ ਆਪਸ਼ਨ ਹੋਏਗਾ ਇਸ ਚੋਂ? ਇਹਦਾ ਆਂਸਰ ਆਏਗਾ ਇਹ ਆਪਸ਼ਨ, ਇਜ਼ ਅਨੇਬਲ ਟੂ ਪੇ ਹਿਸ ਲਾਇਬਿਲਿਟੀ। ਉਹ ਆਪਣੀਆਂ ਦੇਣਦਾਰੀਆਂ ਪੇ ਕਰਨ ਵਿੱਚ ਸક્ષਮ ਨਹੀਂ ਹੈ, ਉਦੋਂ ਕਿ ਉਹਨੂੰ ਕਿਹਾ ਜਾਏਗਾ ਇਨਸੋਲਵੈਂਟ। ਅਗਲਾ ਕੁਐਸਚਨ ਹੈ ਆਲ ਰੈਵਨਿਊ ਰਿਸਿਪਟਸ ਐਂਡ ਐਕਸਪੈਂਡੀਚਰ ਆਰ ਸ਼ੋਨ ਇਨ। ਜਿੰਨੇ ਵੀ ਰੈਵਨਿਊ ਰਿਸਿਪਟਸ ਹੈ ਤੇ ਐਕਸਪੈਂਡੀਚਰ ਹੈ ਉਹ ਮੈਂ ਕਿੱਥੇ ਸ਼ੋ ਕਰਦਾ? ਬੈਲੈਂਸ ਸ਼ੀਟ, ਟ੍ਰੇਡਿੰਗ ਪੀ ਐਂਡ ਅਕਾਊਂਟ, ਕੈਸ਼ ਫਲੋ ਸਟੇਟਮੈਂਟ, ਸਟੇਟਮੈਂਟ ਆਫ ਅਫੇਅਰਸ। ਦੱਸੋ ਇਹਦਾ ਆਂਸਰ ਤੁਸੀਂ ਮੈਨੂੰ ਨਾ ਕਮੈਂਟ ਸੈਕਸ਼ਨ ਵਿੱਚ ਦੱਸਿਓ। ਠੀਕ ਹੈ ਫਰੈਂਡਸ, 18ਵਾਂ ਕੁਐਸਚਨ ਦਾ ਆਂਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ। ਅਗਲਾ ਕੁਐਸਚਨ ਹੈ ਚੂਜ਼ ਦੀ ਟਰੂ ਸਟੇਟਮੈਂਟ। ਇਹ 'ਚੋਂ ਕੋਈ ਆਪਣੇ ਟਰੂ ਸਟੇਟਮੈਂਟ ਦੱਸਣੀ, ਇਹ 'ਚੋਂ ਕਿਹੜੀ ਸਟੇਟਮੈਂਟ ਬਿਲਕੁਲ ਠੀਕ ਹੈ? ਅਕਰੂਡ ਇਨਕਮ ਰਿਪਰੈਜ਼ੈਂਟ ਦੀ ਇਨਕਮ ਅਨਅਰਨਡ ਬਟ ਰਿਲਾਈਜ਼ਡ ਇਨ ਕੈਸ਼। ਅਕਰੂਡ ਇਨਕਮ ਰਿਪਰੈਜ਼ੈਂਟ ਦੀ ਇਨਕਮ ਅਰਨਡ ਬਟ ਨੋਟ ਰਿਲਾਈਜ਼ਡ ਇਨ ਕੈਸ਼। ਅਕਰੂਡ ਇਨਕਮ ਅਕਾਊਂਟ ਇਜ਼ ਸ਼ੋਨ ਔਨ ਦਾ ਲਾਇਬਿਲਿਟੀ ਸਾਈਡ। ਨੋ ਟੈਕਸਿਸ ਪੇਬਲ ਔਨ ਅਕਰੂਡ ਇਨਕਮ। ਦੱਸੋ ਇਹ 'ਚੋਂ ਕਿਹੜੀ ਸਟੇਟਮੈਂਟ ਐਕਚੁਅਲ 'ਚ ਠੀਕ ਹੈ? ਇਹਦਾ ਆਂਸਰ ਆਏਗਾ ਬੀ ਆਪਸ਼ਨ। ਅਕਰੂਡ ਇਨਕਮ ਜਿਹੜੀ ਹੁੰਦੀ ਹੈ ਹੈਜ਼ ਅ ਇਨਕਮ ਹੀ ਹੈ ਮਗਰ ਅਰਨਡ ਕੀਤੀ ਹੈ ਮਗਰ ਹਰੇ ਮੇਰੇ ਕੋਲ ਕੈਸ਼ ਵਿੱਚ ਨਹੀਂ ਆਈ, ਉਹਨੂੰ ਕੀ ਕਵਾਂਗਾ ਹਮੇਸ਼ਾ ਮੈਂ? ਅਕਰੂਡ ਇਨਕਮ। ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਦਿਸ ਵਿਲ ਕੋਜ਼ ਦੀ ਚੇਂਜ ਇਨ ਵਰਕਿੰਗ ਕੈਪੀਟਲ। ਇਹ 'ਚੋਂ ਕਿਹੜੇ ਕਾਰਨਾਂ ਕਰਕੇ ਮੇਰੀ ਵਰਕਿੰਗ ਕੈਪੀਟਲ ਚੇਂਜ ਹੋ ਜਾਏਗੀ? ਦੱਸੋ ਇਹ 'ਚੋਂ ਕਿਹੜਾ ਆਪਸ਼ਨ ਬਿਲਕੁਲ ਠੀਕ ਬੈਠੇਗਾ ਜਿਹਦੇ ਨਾਲ ਮੇਰੀ ਜਿਹੜੀ ਵਰਕਿੰਗ ਕੈਪੀਟਲ ਹੈ ਉਹ ਚੇਂਜ ਹੋ ਜਾਏਗੀ? ਪੇਮੈਂਟ ਆਫ ਕ੍ਰੈਡੀਟਰ ਇਨ ਕੈਸ਼, ਰਿਲਾਈਜੇਸ਼ਨ ਆਫ ਅਮਾਊਂਟ ਡਿਊ ਫਰੋਮ ਡੈਟਰਸ, ਸੇਲ ਆਫ ਆਫਿਸ ਇਕਵਿਪਮੈਂਟ ਫॉर ਕੈਸ਼, ਪ੍ਰੋਵਾਈਡਿੰਗ ਡੈਪਰੀਸੀਏਸ਼ਨ ਔਨ ਪਲਾਂਟ ਐਂਡ ਮਸ਼ੀਨਰੀ। ਦੱਸੋ ਇਹਦਾ ਆਂਸਰ ਆਏਗਾ ਸੀ ਆਪਸ਼ਨ। ਕਿਉਂ ਸੀ ਆਏਗਾ? ਤੁਸੀਂ ਦੇਖੋ ਵਰਕਿੰਗ ਕੈਪੀਟਲ ਕੀ ਹੁੰਦੀ ਹੈ ਮੇਰੀ? ਵਰਕਿੰਗ ਕੈਪੀਟਲ ਕਿਹੜੀ ਹੁੰਦੀ ਹੈ? ਕੈਸ਼ ਹੁੰਦਾ ਹੈ, ਡੈਟਰਸ ਹੁੰਦੇ ਹੈ, ਠੀਕ ਹੈ ਨਾ, ਬਿਲ ਰਿਸੀਵੇਬਲ। ਠੀਕ ਹੈ, ਕੀ ਹੈ ਮੇਰੀ ਇੱਕ ਤਰ੍ਹਾਂ ਦੀ ਵਰਕਿੰਗ ਕੈਪੀਟਲ ਹੈ। ਵਿਦਿਨ 12 ਮੰਥਸ ਵਿੱਚ ਜਾਂ ਤਾਂ ਵੱਧਦੀ ਹੈ ਜਾਂ ਤਾਂ ਘਟਦੀ ਹੈ, ਉਹਨੂੰ ਕੀ ਕਵਾਂਗਾ? ਮੇਰੀ ਵਰਕਿੰਗ ਕੈਪੀਟਲ। ਠੀਕ ਹੈ, ਜੇ ਮੈਂ ਸੇਲ ਆਫ ਆਫਿਸ ਇਕਵਿਪਮੈਂਟ ਕਰਾਂਗਾ, ਕੋਈ ਫਿਕਸ ਐਸਟ ਨੂੰ ਵੇਚਾਂਗਾ, ਮੈਂ ਕੋਈ ਫਿਕਸ ਐਸਟ ਨੂੰ ਵੇਚਾਂਗਾ ਤਾਂ ਮੈਨੂੰ ਕੀ ਆ ਰਿਹਾ? ਕੈਸ਼ ਆ ਰਿਹਾ। ਕੈਸ਼ ਕੀ ਇੱਕ ਤਰ੍ਹਾਂ ਨਾਲ ਮੇਰਾ ਕਰੰਟ ਐਸਟ, ਕਰੰਟ ਐਸਟ ਕੀ ਇੱਕ ਤਰ੍ਹਾਂ ਨਾਲ ਮੇਰੀ ਵਰਕਿੰਗ ਕੈਪੀਟਲ, ਯਾਨੀ ਕਿ ਮੇਰਾ ਕੈਸ਼ ਵੱਧ ਗਿਆ। ਠੀਕ ਹੈ ਨਾ, ਕੈਸ਼ ਵੱਧ ਗਿਆ। ਸੋ ਆਪਣਾ ਸੀ ਆਪਸ਼ਨ ਹੋ ਜਾਏਗਾ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਵੈਨ ਡੈਟਰਸ ਪੇਸ ਡਿਊਜ਼। ਜਦ ਡੈਟਰਸ ਆਪਣੇ ਡਿਊਜ਼ ਪੇਸ ਕਰ ਦਿੰਦਾ ਤਾਂ ਇਹ 'ਚੋਂ ਕਿਹੜਾ ਸਟੇਟਮੈਂਟ ਬਿਲਕੁਲ ਠੀਕ ਬੈਠੇਗਾ? ਦ ਐਸਟ ਸਾਈਡਸ ਆਫ ਦੀ ਬੈਲੈਂਸ ਸ਼ੀਟ ਵਿਲ ਡਿਕਰੀਜ਼, ਦ ਐਸਟ ਸਾਈਡਸ ਆਫ ਬੈਲੈਂਸ ਸ਼ੀਟ ਵਿਲ ਇਨਕਰੀਜ਼, ਲਾਇਬਿਲਿਟੀ ਸਾਈਡ ਆਫ ਦੀ ਬੈਲੈਂਸ ਸ਼ੀਟ ਵਿਲ ਇਨਕਰੀਜ਼, ਦੇयर ਇਜ਼ ਨੋ ਚੇਂਜ ਇਨ ਦਾ ਟੋਟਲ ਐਸਟ ਔਰ ਟੋਟਲ ਲਾਇਬਿਲਿਟੀ। ਦੱਸੋ ਇਹਦਾ ਆਂਸਰ ਆਏਗਾ ਡੀ ਆਪਸ਼ਨ, ਦੇयर ਇਜ਼ ਅ ਨੋ ਚੇਂਜ ਇਨ ਟੋਟਲ ਐਸਟ ਐਂਡ ਟੋਟਲ ਲਾਇਬਿਲਿਟੀ। ਜੇ ਮੇਰੇ ਡੈਟਰਸ ਡਿਊ ਪੇ ਕਰ ਦਿੱਤੇ ਜਾਣ, ਪੇ ਸੀ ਡਿਊਜ਼, ਤਾਂ ਮੇਰੇ ਕੋਲ ਕੈਸ਼ ਵਿੱਚ ਤਾਂ ਪੈਸੇ ਉਨੇ ਹੀ ਆ ਜਾਣਗੇ, ਬੈਲੈਂਸ ਉੱਥੇ ਹੀ ਬੈਠ ਗਿਆ। ਠੀਕ ਹੈ ਨਾ, ਜੇ ਡੈਟਰਸ ਦਾ ਮੈਂ ਇੱਕ ਅਕਾਊਂਟ ਕ੍ਰੀਏਟ ਕੀਤਾ, ਉਹ ਮੇਰਾ ਇੱਕ ਐਸਟ ਹੈ ਕਰੰਟ। ਠੀਕ ਹੈ ਨਾ, ਜੋ ਮੈंने ਕ੍ਰੀਏਟ ਕੀਤਾ, ਜੇ ਉੱਥੋਂ ਮੇਰੀ ਅਮਾਊਂਟ ਕੱਟੇਗੀ ਤਾਂ ਕੈਸ਼ ਵਿੱਚ ਤਾਂ ਆ ਜਾਏਗੀ।
कैश ਵਿੱਚ ਤਾਂ ਉਨਾ ਹੀ ਮੇਰਾ ਉਨਾ ਹੀ ਬਣ ਜਾਏਗਾ। ਸੋ देयर इज़ नो चेंज इन द टोटल एसेट एंड टोटल एबिलिटी। ठीक है। द ओपनिंग स्टॉक ऑफ कंपनी इज 60,000, क्लोजिंग स्टॉक इज 70,000। इफ द परचेसिस ड्यूरिंग द ईयर 2 लाख, मतलब कि 2 लाख, कॉस्ट ऑफ गुड्स सोल्ड विल बी, कॉस्ट ऑफ गुड्स सोल्ड की होएगा मेरा दसो। 2,10,000, 2 लाख, 1,90,000, 1,80,000, दसो। ਇਹਦਾ ਕੀ ਆਏਗਾ ਆਪਾਂ ਨੂੰ, ਆਪਣੇ ਕੋਲ ਜੋ ਇਨਫੋਰਮੇਸ਼ਨ ਅਵੇਲੇਬਲ ਹੈ ਉਸ ਹਿਸਾਬ ਸੇ ਆਪਾਂ ਨੇ ਕੋਸਟ ਆਫ ਗੁੱਡ ਸੋਲਡ ਕੱਢਣੀ ਹੈ। ਤਾਂ 60,000 ਵਿੱਚ ਆਪਾਂ ਕੀ ਪਲੱਸ ਕਰ ਦਾਂਗੇ, ਆਪਾਂ 2 ਲੱਖ ਪਰਚੇਸਿਸ ਪਲੱਸ ਕਰ ਦਾਂਗੇ, ਮਾਈਨਸ ਕੀ ਹੋਏਗਾ ਕਲੋजिंग ਸਟਾਕ, ਕੀ ਆ ਜਾਏਗਾ 1,90,000। ਠੀਕ ਹੈ ਨਾ ਫਰੈਂड्स, सी ऑप्शन आ जाएगा 1,90,000। अगला क्वेश्चन है विच ऑफ द फॉलोइंग स्टेटमेंट इज ट्रू, इस केड़ी स्टेटमेंट बिल्कुल ठीक है। द लॉसेस फ्रॉम द सेल ऑफ कैपिटल एसेट्स नीड नॉट टू बी डिडक्टेड फ्रॉम द रेवेन्यू टू द ascertained net income। Going concern concept required that always non-monetary assets should be valued and recorded at market value. According to consistency concept, the result of one accounting period of a business cannot be compared with the that of the in the past. In the terms of conservative concept, all probable losses must be considered in the computation of income। इस जो केड़ी स्टेटमेंट ठीक होएगी, A B C D। ਇਸ ਦੇ ਨਾਲ ਹੀ, ਅੱਛਾ ਸਟੇਟਮੈਂਟ ਦੇ ਨਾਲ ਹੀ ਹੈ, ਇਹ ਵੀ ਦੇ ਨਾਲ ਹੀ ਹੈ, ਠੀਕ ਹੈ ਨਾ, ਤੇ ਇਹ ਵੀ ਦੇ ਨਾਲ ਹੀ ਹੈ। ਠੀਕ ਹੈ ਫਰੈਂड्स, ਇਸ ਦੇ ਨਾਲ ਹੀ ਹੈ ਸਟੇਟਮੈਂਟ, ਪੂਰੀ ਸਟੇਟਮੈਂਟ ਹੈ। ਠੀਕ ਹੈ, ਇਹ ਪੂਰੀ ਸਟੇਟਮੈਂਟ ਹੈ, ਇਹ ਪੂਰੀ ਸਟੇਟਮੈਂਟ ਹੈ। ਦੱਸੋ ਮੈਨੂੰ, ਇਹਦਾ ਆਂਸਰ ਆਏਗਾ डी ऑप्शन। In the terms of conservative concept, all probable losses must be considered in the computation of income। conservative concept ਕੀ ਕਹਿੰਦਾ, ਜਿੰਨੇ ਵੀ ਮੇਰੇ probable losses हैं, ਜੋ ਮੇਰੇ losses ਹੋਣ ਵਾਲੇ हैं, ਉਸ ਨੂੰ ਹਮੇਸ਼ਾ ਮੈਂ ਜਦੋਂ ਇਨਕਮ ਨੂੰ ਮੈਂ ਕੰਪੀਟੀਸ਼ਨ ਕਰ ਰਿਹਾ ਉਦੋਂ ਮੈਂ ਹਮੇਸ਼ਾ ਕੰਸੀਡਰ ਕਰਾਂਗਾ। ਠੀਕ ਹੈ ਨਾ ਫਰੈਂड्स, ਤਾਂ ਡੀ ਆਪਸ਼ਨ ਲੱਗ ਜਾਏਗਾ ਉਰੇ। ਅਗਲਾ ਕੁਐਸਚਨ ਹੈ ਦ ਡੈਪਰੇਸ਼ਨ ਅਮਾਊਂਟ ਆਫ ਫਿਕਸਡ ਐਸਟ ਰਿਪਰੈਜ਼ੈਂਟ ਦੀ, ਜਿਹੜੀ ਡੈਪਰੇਸ਼ਨ ਅਮਾਊਂਟ ਹੁੰਦੀ ਹੈ ਫਿਕਸਡ ਐਸਟ ਦੀ, ਉਹ ਕੀ ਰਿਪਰੈਜ਼ੈਂਟ ਕਰਦੀ ਹੈ, मतलब की रिप्रजेंट करेगी मेरी। हिस्टोरिकल कॉस्ट लैस रेजिडुअल वैल्यू होंगी है डेप्रेशन अमाउंट, या हिस्टोरिकल कॉस्ट के उपर होंगी है, या हिस्टोरिकल कॉस्ट लैस कॉस्ट ऑफ डिस्पोजल होंगी है, या बुक ऑफ वैल्यू लैस स्क्रैप वैल्यू होंगी है। जी डेप्रेशन अमाउंट किस नूं रिप्रजेंट कर रही है, किहड़े फिक्स एसेट की किस अमाउंट नूं रिप्रजेंट कर रही है। ਇਹਦਾ ਆਂਸਰ ਆਏਗਾ ए ऑप्शन, हिस्टोरिकल कॉस्ट लैस रेजिडुअल वैल्यू। जिन्होंने बच्चे ने मेरे डेप्रेशन वाला कंसैप्ट नहीं देखे, वो पहले वो कंसैप्ट देखण तो उन्होंने ये चीज़ समझ आ जाएगी कि हिस्टोरिकल कॉस्ट लैस रेजिडुअल वैल्यू ही रिप्रजेंट कर रही है मेरी डेप्रेशन अमाउंट ਨੂੰ। ठीक है, ਜਿਹੜੀ डेप्रेशन अमाउंट आई वो किहदे उपर आई है, हिस्टोरिकल कॉस्ट ਵਿੱਚੋਂ लैस रेजिडुअल वैल्यू लैस करके उसमें मैं कैलकुलेशन करा जिस ਨਾਲ मेरी डेप्रेशन अमाउंट आएगी। ठीक है। अगला क्वेश्चन है विच ऑफ द फॉलोइंग इज द नॉन मोनेटरी एसेट, इस केड़ा नॉन मोनेटरी एसेट है। अकाउंट रिसीवेबल, अकाउंट पेएबल, डिमांड बैंक डिपॉजिट, पेटेंट एंड ट्रेड मार्क्स। दसो इस केड़ा ऑप्शन मेरा केड़ा कहा जाएगा कि नॉन मोनेटरी एसेट है तो सारे एसेट हैं, मगर एक जेड़ा नॉन मोनेटरी जिस मैं कैश विच नहीं देख सकता, मतलब कि उसका कोई कैश विच रिकॉर्ड नहीं होंदा, मतलब रिकॉर्ड मतलब जिसनों मैं कैश विच नहीं लै सकता, उसमें मैं वैल्यू जरूर पा सकता, मगर हूँ मैं हैज़ अ बेस मैं देख नहीं सकता कि वो कैश विच उसका किस तरह की ट्रांजैक्शन होएगी। फर्क है दोनों, कैश तो वैल्यू फर्क होंदा है। इसका आंसर आएगा डी ऑप्शन, पेटेंट एंड ट्रेडमार्क्स। की आएगा पेटेंट एंड ट्रेडमार्क्स। ये पेटेंट एंड ट्रेडमार्क एक तरह के इंटेंजिबल एसेट है। ठीक है, तो एक नॉन मोनेटरी एसेट भी हैं जिन्हों की कोई मनी की वैल्यू नहीं, मनी विच उहदी वैल्यू कोई नहीं होंगी। हैज़ उहदे आपां एक कैलकुलेशन विच उहदी वैल्यू जरूर कढ लैंदे आपां कि मेरे पेटेंट्स इन्ने हैं, ट्रेडमार्क्स मैंने इन्ने दे खरीदे हैं, मगर सानू एक्चुअल च जिवें सानू अकाउंट रिसीवेबल तो पता लगदा ना सानू इस तो पैसा आना है
ਜਾਂ ਅਸੀਂ ਪੇ ਕਰਨਾ ਪੈਸਾ, ਇਹ ਸਾਨੂੰ ਪਤਾ ਲੱਗ ਰਿਹਾ, ਮਗਰ ਪੇਟੈਂਟ ਟ੍ਰੇਡਮਾਰਕ ਦਾ ਨਹੀਂ ਪਤਾ ਲੱਗ ਰਿਹਾ। ਇੱਕ ਵੈਲਿਊ ਪਾਉਂਦਾ, ਜੋ ਮੈਂ ਖਰੀਦਿਆ ਉਸਦੀ ਵੈਲਿਊ ਪੈਂਦੀ ਹੈ, ਠੀਕ ਹੈ ਨਾ, ਵੈਲਿਊ ਪਾਉਂਦੇ ਆਪਾਂ। ਦ ਮੈਕਸੀਮਮ ਅਮਾਊਂਟ ਬਿਯੋਂਡ ਵਿਚ ਆ ਕੰਪਨੀ ਇਜ਼ ਨੋਟ ਅਲਾਊਡ ਟੂ ਰੇਜ਼ ਫੰਡਸ। ਕਿਹੜੀ ਮੈਕਸੀਮਮ ਅਮਾਊਂਟ ਹੁੰਦੀ ਹੈ ਜਿਸ ਤੋਂ ਬਾਅਦ ਉਹ ਕੰਪਨੀ ਜਿਹੜੀ ਹੈ ਫੰਡਸ ਰੇਜ਼ ਨਹੀਂ ਕਰ ਸਕਦੀ? ਬਾਏ ਆ ਇਸ਼ੂ ਆਫ ਦੀ ਸ਼ੇਅਰ। ਕਿਹੜੀ ਉਹ ਕੈਪੀਟਲ ਹੋਏਗੀ, ਦੱਸੋ ਮੈਨੂੰ? ਇਸ਼ੂਡ ਕੈਪੀਟਲ ਹੋਏਗੀ, ਰਿਜ਼ਰਵ ਕੈਪੀਟਲ ਹੋਏਗੀ, ਸਬਸਕ੍ਰਾਈਬਡ ਕੈਪੀਟਲ ਹੋਏਗੀ, ਆਥੋਰਾਈਜ਼ ਕੈਪੀਟਲ ਹੋਏਗੀ। ਇਹਦਾ ਆਨਸਰ ਆਏਗਾ ਜਿੰਨੀ ਉਹਨੇ ਆਥੋਰਾਈਜ਼ ਕੀਤੀ ਹੋਏਗੀ ਨਾ ਕੈਪੀਟਲ, ਮੈਕਸੀਮਮ ਅਮਾਊਂਟ ਜਿਹੜੀ ਬਿਯੋਂਡ ਦਾ ਵਿੱਚ ਕੰਪਨੀ ਇਜ਼ ਨੋਟ ਅਲਾਊਡ ਟੂ ਰੇਜ਼ ਦਾ ਫੰਡਸ ਬਾਈ ਇਸ਼ੂ ਆਫ ਸ਼ੇਅਰਸ ਇਜ਼ ਆਥੋਰਾਈਜ਼ ਕੈਪੀਟਲ। ਕਿਹੜੀ ਕੈਪੀਟਲ ਹੋਏਗੀ? ਆਥੋਰਾਈਜ਼ ਕੈਪੀਟਲ। ਇਸ ਤੋਂ ਬਾਅਦ ਉਹ ਕੰਪਨੀ ਜਿਹੜੀ ਹੈ ਕੋਈ ਫੰਡਸ ਰੇਜ਼ ਨਹੀਂ ਕਰ ਪਾਏਗੀ, ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ ਰਿਟੇਨਡ ਅਰਨਿੰਗ ਇਜ਼ ਕਲਾਸੀਫਾਈਡ ਐਜ਼ ਅ ਪਾਰਟ ਆਫ। ਰਿਟੇਨ ਜਿਹੜੀ ਅਰਨਿੰਗ ਹੁੰਦੀ ਹੈ ਤੁਹਾਨੂੰ ਮੈਂ ਦੱਸਦਾ ਉਹਦਾ ਕੀ ਮਤਲਬ ਹੋਏਗਾ। ਫਿਲਹਾਲ ਤੁਸੀਂ ਕੁਐਸਚਨ ਪੜ੍ਹ ਲਓ ਅਤੇ ਮੈਨੂੰ ਇਹਦਾ ਇੱਕ ਵਾਰੀ ਆਨਸਰ ਵੀ ਦਿਓ। ਜਿਹੜੀ ਕਲਾਸੀਫਾਈਡ ਕਿਸ ਦਾ ਪਾਰਟ ਆ? ਓਨਰਸ ਦੇ ਫੰਡ ਦਾ, ਗਰੋਸ ਬਲੋਕ ਦਾ, ਕੈਪੀਟਲ ਵਰਕਿੰਗ ਪ੍ਰੋਗਰੈਸ ਦਾ, ਸਟਾਕ ਇਨ ਟਰੇਡ ਦਾ। ਇਹ ਆਏਗਾ ਓਨਰਸ ਫੰਡ ਦਾ। ਕਿਉਂ ਆਏਗਾ? ਕਿਉਂਕਿ ਦੇਖੋ ਰਿਟਰਨ ਅਰਨਿੰਗ ਕੀ ਹੁੰਦੀ ਹੈ ਕਿ ਜਦੋਂ ਪ੍ਰੋਫਿਟ ਵਿੱਚੋਂ, ਆਪਣੇ ਪ੍ਰੋਫਿਟ ਵਿੱਚੋਂ ਜੋ ਵੀ ਸ਼ੇਅਰ ਹੋਲਡਰ ਨੂੰ ਉਹ ਡਿਊ ਪੇ ਕਰ ਦਿੰਦਾ ਹੈ, ਠੀਕ ਹੈ, ਆਪਣੇ ਪ੍ਰੋਫਿਟ ਵਿੱਚੋਂ ਜਿੰਨੇ ਵੀ ਉਹ ਸ਼ੇਅਰ ਹੋਲਡਰ ਨੂੰ ਡਿਵੀਡੈਂਡ ਜਿਹੜਾ ਪੇ ਕਰ ਦਿੰਦਾ ਹੈ, ਡਿਵੀਡੈਂਡ ਜਿਹੜਾ ਪੇ ਕਰ ਦਿੰਦਾ, ਡਿਵੀਡੈਂਡ ਪੇ ਕਰਨ ਤੋਂ ਬਾਅਦ ਜੋ ਵੀ ਉਸ ਕੋਲ ਬਚਿਆ ਪ੍ਰੋਫਿਟ ਉਹਨੇ ਆਪਣੇ ਬਿਜ਼ਨਸ ਵਿੱਚ ਹੀ ਰੱਖ ਲਿਆ, ਆਪਣੇ ਬਿਜ਼ਨਸ ਨੂੰ ਅੱਗੇ ਯੂਜ਼ ਕਰਨ ਲਈ ਰੱਖ ਲਿਆ, ਠੀਕ ਹੈ, ਆਪਣੇ ਬਿਜ਼ਨਸ ਦੇ ਹੋਰ ਪਰਪਸ ਲਈ ਰੱਖ ਲਿਆ, ਠੀਕ ਹੈ। ਆਉਣ ਵਾਲੇ ਜਿਹੜੇ ਫਿਊਚਰ ਮੇਰੇ ਪਲਾਨਸ ਹੈ ਉਸ ਦੇ ਲਈ ਇਨਵੈਸਟਮੈਂਟ ਲਈ ਰੱਖ ਲਿਆ ਪੈਸਾ ਮੈਨੇ, ਉਹਨੂੰ ਕੀ ਕਹਾਂਗਾ ਹਮੇਸ਼ਾ ਮੈਂ? ਰਿਟੇਨਡ ਅਰਨਿੰਗਸ। ਕਈ ਵਾਰ ਕੀ ਹੁੰਦਾ ਸ਼ੇਅਰ ਹੋਲਡਰ ਜਿਹੜੇ ਆਪਣੇ ਡਿਵੀਡੈਂਡ ਨਹੀਂ ਲੈਂਦੇ, ਉਹ ਕਹਿੰਦੇ ਚਲੋ ਬਿਜ਼ਨਸ ਦਾ ਹੀ ਹੈਲਪਫੁਲ ਹੋ ਜੇ, ਤਾਂ ਨਾ ਲੈਣ ਕਰਕੇ ਜਿੰਨਾ ਵੀ ਉਹ ਪ੍ਰੋਫਿਟ ਹੁੰਦਾ ਉਹ ਸਾਰਾ ਕੀ ਕਹਾ ਜਾਂਦਾ? ਰਿਟੇਨਡ ਅਰਨਿੰਗਸ। ਕਿ ਮੇਰਾ ਜਿਹੜੀ ਇੰਨੀ ਅਮਾਊਂਟ ਹੈ ਉਹ ਮੈਨੇ ਅੱਗੇ ਬਿਜ਼ਨਸ ਦੇ ਅੱਗੇ ਪਰਪਸ ਲਈ ਰੱਖ ਲਈ ਹੈ, ਠੀਕ ਹੈ। ਅਗਲਾ ਕੁਐਸਚਨ ਹੈ ਕਲੋਜ਼ਿੰਗ ਸਟਾਕ ਆਫ ਮੈਨੂਫੈਕਚਰਿੰਗ ਕੰਪਨੀ ਕੰਸਿਸਟ ਆਫ। ਜਿਹੜੀ ਕਲੋਜ਼ਿੰਗ ਸਟਾਕ ਹੁੰਦੀ ਹੈ ਮੈਨੂਫੈਕਚਰਿੰਗ ਕੰਪਨੀਜ਼ ਉਹ 'ਚ ਕੀ ਹੁੰਦਾ ਹੈ ਦੱਸੋ ਮੈਨੂੰ? ਫਿਨਿਸ਼ ਗੁੱਡਸ ਹੁੰਦੇ ਆ, ਸੈਮੀ ਫਿਨਿਸ਼ ਗੁੱਡਸ ਹੁੰਦੇ ਆ, ਰੋ ਮਟੀਰੀਅਲ ਹੁੰਦਾ ਹੈ, ਜਾਂ ਆਲ ਆਫ ਦੀ 3 ਹੁੰਦਾ? ਦੱਸੋ। ਇਹਦਾ ਆਨਸਰ ਆਏਗਾ ਆਲ ਆਫ ਦੀ 3। ਇਹ ਤਿੰਨੋਂ ਹੀ ਹੁੰਦੇ ਆ, ਠੀਕ ਹੈ। ਫਿਨਿਸ਼ ਗੁੱਡਸ ਵੀ ਹੁੰਦੇ ਆ, ਸੈਮੀ ਫਿਨਿਸ਼ ਗੁੱਡਸ ਵੀ ਹੁੰਦੇ ਆ, ਰੋ ਮਟੀਰੀਅਲ ਵੀ ਹੁੰਦਾ। ਅਗਲਾ ਕੁਐਸਚਨ ਹੈ ਵਿਚ ਆਫ ਦਿਸ ਇਜ਼ ਨੋਟ ਐਨ ਅਸੈਪਟਡ ਮੈਥਡ ਆਫ ਡੈਪਰੀਸ਼ਨ। ਇਹ 'ਚੋਂ ਕਿਹੜਾ ਮੈਥਡ ਅਸੈਪਟਡ ਮੈਥਡ ਨਹੀਂ ਹੈ ਡੈਪਰੀਸ਼ਨ ਦਾ? ਸਟ੍ਰੇਟ ਲਾਈਨ ਮੈਥਡ, ਸਿੰਕਿੰਗ ਫੰਡ ਮੈਥਡ, ਰਿਟਨ ਡਾਊਨ ਵੈਲਿਊ ਮੈਥਡ, ਮਾਰਕੀਟ ਵੈਲਿਊ। ਦੱਸੋ। ਇਹ ਆਏਗਾ ਆਨਸਰ ਮਾਰਕੀਟ ਵੈਲਿਊ। ਮਾਰਕੀਟ ਵੈਲਿਊ ਇੱਕ ਐਸਾ ਕੋਈ ਮੈਥਡ ਨਹੀਂ ਹੈ ਜੋ ਡੈਪਰੇਸ਼ਨ ਲਈ ਯੂਜ਼ ਹੁੰਦਾ ਹੋਵੇ, ਕੱਢਣ ਲਈ ਯੂਜ਼ ਹੁੰਦਾ ਹੋਵੇ। ਕੋਸਟ ਆਫ ਗੁੱਡ ਸੋਲਡ ਕਿਹਨੂੰ ਐਕਸਕਲੂਡ ਕਰਿਆ, ਕਿਹਨੂੰ ਨਹੀਂ ਰੱਖੇਗਾ ਕੋਸਟ ਆਫ ਗੁੱਡਸ? ਕਿਹੜੀ ਚੀਜ਼ ਨਹੀਂ ਆਏਗੀ? ਓਪਨਿੰਗ ਸਟਾਕ, ਕਲੋਜ਼ਿੰਗ ਸਟਾਕ, ਵੇਜਿਸ ਐਂਡ ਸੈਲਰੀ, ਸੇਲਸਮੈਨ ਕਮਿਸ਼ਨ। ਇਹ ਆਏਗਾ ਆਪਸ਼ਨ ਡੀ ਆਪਸ਼ਨ ਆਏਗਾ ਸੇਲਸਮੈਨ ਕਮਿਸ਼ਨ। ਸੇਲਸਮੈਨ ਕਮਿਸ਼ਨ ਕਿਹਦਾ ਪਾਰਟ ਹੈ? ਕਿਹਦਾ ਪਾਰਟ ਆ? ਐਡਮਿਨਿਸਟ੍ਰੇਸ਼ਨ ਐਕਸਪੈਂਸਿਸ ਦਾ ਪਾਰਟ ਹੈ, ਠੀਕ ਹੈ। ਓਪਨਿੰਗ ਸਟਾਕ ਆਉਂਦਾ, ਕਲੋਜ਼ਿੰਗ ਸਟਾਕ ਆਉਂਦਾ, ਵੇਜਿਸ ਐਂਡ ਸੈਲਰੀਸ ਆਉਂਦੀ ਹੈ, ਠੀਕ ਹੈ। ਜੇ ਇਹਨੂੰ ਆਪਾਂ ਰੱਖਾਂਗੇ ਵੀ ਤਾਂ ਪੀ&ਐਲ ਅਕਾਊਂਟ 'ਚ ਰੱਖਾਂਗੇ, ਠੀਕ ਹੈ। ਐਕਸਪੈਂਸਿਸ ਸਾਈਡ ਰੱਖਾਂਗੇ ਆਪਾਂ, ਠੀਕ ਹੈ। ਇੰਡਾਇਰੈਕਟ ਐਕਸਪੈਂਸਿਸ ਸਾਈਡ ਰੱਖਾਂਗੇ ਤਾਂ ਓਪਨਿੰਗ ਸਟਾਕ, ਕਲੋਜ਼ਿੰਗ ਸਟਾਕ, ਵੇਜਿਸ ਐਂਡ ਸੈਲਰੀ ਇਹ ਕਿਸ ਦਾ ਪਾਰਟ ਹੈ? ਕੋਸਟ ਆਫ ਗੁੱਡ ਸੋਲਡ ਦਾ, ਠੀਕ ਹੈ। ਐਕਸਕਲੂਡ ਕਿਹਨੂੰ ਕਰਾਂਗੇ ਆਪਾਂ? ਸੇਲਸਮੈਨ ਕਮਿਸ਼ਨ। ਡੀ ਆਪਸ਼ਨ ਆ ਜਾਏਗਾ। ਫਰਮ ਪਰਚੇਜ਼ ਦੀ ਗੁੱਡਸ ਕੋਸਟਿੰਗ 1 ਲੱਖ, ਠੀਕ ਹੈ। ਹੀ ਸੋਲਡ ਗੁੱਡਸ 50,000 ਐਟ 75,000, ਮਤਲਬ ਕਿ ਉਹਨੇ ਜਿਹੜੇ ਆਪਣੇ ਗੁੱਡਸ ਹੈ ਉਹਨੇ ਜਿਹੜੀ ਪਰਚੇਜ਼ ਕੀਤੇ ਸੀ 1 ਲੱਖ ਦੇ ਕੀਤੇ ਸੀ। ਇਸ 1 ਲੱਖ ਵਿੱਚੋਂ ਉਹਨੇ ਜਿਹੜੇ ਗੁੱਡਸ ਹੈ 50,000 ਦੇ ਗੁੱਡਸ ਉਹਨੇ 75,000 'ਚ ਵੇਚੇ ਹੈ, ਠੀਕ ਹੈ। ਉਹਦੀ ਪਰਚੇਸਿੰਗ ਵੈਲਿਊ ਕਿੰਨੀ ਸੀ? 50,000 ਦੀ ਵਿੱਚੋਂ ਜਿਹੜੀ 50,000 ਦੀ ਜਿਹੜੀ ਮੇਰੀ ਗੁੱਡਸ ਸੀ ਉਹ ਉਹਨੇ 75,000 'ਚ ਵੇਚੇ ਹੈ। ਅਤੇ ਜਿਹੜੇ ਰਿਮੇਨਿੰਗ ਹੈ ਨਾ ਉਹਨੇ ਕਸਟਮਰ ਕੋਆਪਰੇਟਿਵ ਸੁਸਾਇਟੀ ਨੂੰ ਦਿੱਤੇ ਹੈ ਅਤੇ ਐਟ ਦਾ ਸੇਮ ਗਰੋਸ, ਠੀਕ ਹੈ, ਐਜ਼ ਅ ਸੇਮ GP ਦੇ ਇਨ ਦਾ ਕੇਸ ਆਫ ਦੀ ਡਾਇਰੈਕਟ ਸੇਲ ਲੈਸ 20%, ਮਤਲਬ ਕਿ ਜਿੰਨੇ ਹੁਣ ਸਪੋਜ਼ ਮੰਨ ਕੇ ਚੱਲੋ ਕਿ ਜੇ 1 ਲੱਖ ਦੇ ਸੀ ਪਰਚੇਸਿਸ ਗੁੱਡਸ ਤਾਂ ਉਹਨੇ 50,000 ਦੇ ਵਿੱਚ 50,000 ਦੇ ਜਿਹੜੇ ਗੁੱਡਸ ਸੀ ਉਹਨੇ 75,000 'ਚ ਵੇਚੇ। ਹੁਣ ਜਿਹੜੇ ਉਹ ਸੇਮ ਚੀਜ਼ ਉਵੇਂ ਹੀ ਕਰ ਰਿਹਾ ਉਹ, ਹੁਣ ਵੀ ਉਹ ਇਸ ਨੂੰ ਜਿਹੜਾ ਕਸਟਮਰ ਕੋਆਪਰੇਟਿਵ ਨੂੰ ਇਸੇ ਤਰ੍ਹਾਂ ਵੇਚ ਰਿਹਾ, ਮਗਰ 20% ਲੈਸ ਤੇ 75,000 ਦੇ ਵੇਚੇ ਸੀ, ਮਗਰ ਉਹ 20% ਘੱਟ ਦੇ ਵੇਚ ਰਿਹਾ, ਠੀਕ ਹੈ।
50,000 ਦੇ ਗੁੱਡਸ 75,000 ਦੇ ਵਿੱਚ ਅਸੀਂ ਪਹਿਲੀ ਵਾਰ 'ਚ, ਤੇ ਜਿਹੜੇ ਦੂਜੇ 50,000 ਦੇ ਗੁੱਡਸ ਜਿਹੜੇ ਬਚ ਗਏ ਵੇਚ ਉਹ ਸੇਮ ਇਸੇ ਤਰ੍ਹਾਂ ਰਿਹਾ, ਮਗਰ 20% ਘੱਟ ਦੇ ਵੇਚ ਰਿਹਾ। 75,000 ਦੇ ਨਾਲ ਵੇਚ ਕੇ 75,000 ਚੋਂ 20% ਲੈਸ ਕਰਕੇ ਜਿੰਨੀ ਅਮਾਊਂਟ ਆਈ ਹੈ ਉਸ ਅਮਾਊਂਟ ਦੇ ਵੇਚ ਰਿਹਾ। ਠੀਕ ਹੈ, ਦੱਸੋ ਕਿੰਨੀ ਅਮਾਊਂਟ ਹੋਏਗੀ ਉਹ? ਜੇ ਮੈਂ ਉਹਨੂੰ ਟੋਟਲ ਕਰਾਂ, ਮੇਰੀ ਟੋਟਲ ਸੇਲ ਕਿੰਨੀ ਹੋਏਗੀ? ਪਹਿਲੀ ਵਾਲੀ ਸੇਲ ਨੂੰ ਮਿਲਾ ਕੇ ਜਿਹੜੀ 75,000 ਤਾਂ ਹੈ ਹੀ ਹੈ ਉਹ ਤਾਂ, ਠੀਕ ਹੈ, ਟੋਟਲ ਸੇਲ 75,000 ਤਾਂ ਹੈ ਹੀ ਹੈ, ਅਤੇ ਲੈਸ 20% ਕਰਕੇ ਇਹਦਾ 75,000 ਦਾ ਲੈਸ 20% 'ਤੇ ਜਿੰਨੀ ਉਹਨੇ ਵੇਚਿਆ ਮਾਲ ਉਸ ਨੂੰ ਵੀ ਪਲੱਸ ਕਰਕੇ ਮੇਰੀ ਟੋਟਲ ਸੇਲ ਕਿੰਨੀ ਆਏਗੀ? 1,35,000, 90,000, 1,50,000, 1,40,000। ਦੱਸੋ। ਇਹਦਾ ਆਨਸਰ ਆਏਗਾ ਇਹ ਆਪਸ਼ਨ 1,35,000। ਕਿਵੇਂ ਆਏਗਾ? ਦੇਖੋ 50,000 ਦੇ ਗੁੱਡ ਸੀ ਉਹਨੇ ਕਿੰਨੇ ਦੇ ਵੇਚੇ? 75,000 ਦੇ। 75,000 ਦੇ। ਇਸੇ ਤਰ੍ਹਾਂ ਉਹਨੇ ਸੇਮ ਕੀਤਾ, ਜਿਹੜੇ ਬਾਕੀ 50,000 ਦੇ ਗੁੱਡਸ ਬਚ ਗਏ, ਮਗਰ ਉਸਨੇ 75,000 ਦੇ ਨਾਲ ਵੇਚ ਕੇ 20% ਲੈਸ 'ਤੇ ਵੇਚੇ। ਜਿੰਨੀ ਅਮਾਊਂਟ 75,000 ਹੈ ਸੀ ਉਸ ਦਾ 20% ਲੈਸ ਕੀਤਾ ਉਹਨੇ। 75,000 ਦਾ 20% ਕਿੰਨਾ ਹੋਏਗਾ? 7500 10%, 20% ਕਿੰਨਾ ਹੋਏਗਾ? 15,000। ਤਾਂ 75,000 'ਚੋਂ ਅਸੀਂ 15,000 ਮਾਈਨਸ ਕਰ ਲਓ, ਕਿੰਨਾ ਹੋ ਜਾਏਗਾ? ਦੱਸੋ। 60,000 ਹੋ ਜਾਏਗਾ। 60,000 ਯਾਨੀ ਕਿ ਜਿਹੜੇ ਬਾਕੀ ਜਿਹੜੇ 50,000 ਦੇ ਗੁੱਡਸ ਬਚ ਗਏ ਸੀ, 50,000 ਦੇ ਜਿਹੜੇ ਗੁੱਡਸ ਬਚ ਗਏ ਸੀ ਉਹ ਉਹਨੇ 60,000 ਦੇ ਵੇਚੇ। ਠੀਕ ਹੈ, ਜੋ ਦੂਜੀ ਵਾਰ ਜਿਹੜੇ ਗੁੱਡਸ ਵੇਚੇ ਉਹਨੇ 1 ਲੱਖ ਵਿੱਚੋਂ 50,000 ਤਾਂ ਵੇਚ ਚੁੱਕਾ ਸੀ, ਜਿਹੜੇ 50,000 ਉਸਨੇ ਵੇਚਣੇ ਸੀ ਉਹ ਉਹਨੇ ਕਿੰਨੇ ਦੇ ਵੇਚੇ? 60,000 ਦੇ ਵੇਚੇ। ਹੁਣ ਉਹਨੂੰ ਕੀ ਪੁੱਛ ਰਿਹਾ? ਟੋਟਲ ਸੇਲ ਪੁੱਛ ਰਿਹਾ। 75,000 ਦਾ ਸਾਨੂੰ ਪਤਾ ਹੀ ਸੀ, 60,000 ਆਪਾਂ ਕੱਢ ਲਈ, ਤਾਂ ਕਿੰਨਾ ਹੋ ਗਿਆ? ਦੱਸੋ। 5 7 8 9 10 11 12 13, ਇਹ 1,35,000 ਹੋ ਗਿਆ। ਤਾਂ ਉਹਦਾ ਕੀ ਆਪਸ਼ਨ ਆ ਜਾਏਗਾ? ਇਹ ਆਪਸ਼ਨ। ਅੱਗੇ ਹੈਗਾ ਕੁਐਸਚਨ, ਟੂ ਪ੍ਰਾਇਮਰੀ ਕੁਆਲਿਟੇਟਿਵ ਕਰੈਕਟਰਿਸਟਿਕਸ ਆਫ ਫਾਈਨੈਂਸ਼ੀਅਲ ਸਟੇਟਮੈਂਟਸ। ਦੱਸੋ ਮੈਨੂੰ। ਅੰਡਰਸਟੈਂਡੇਬਿਲਿਟੀ ਐਂਡ ਮਟੀਰੀਅਲਿਟੀ, ਰੈਲੀਵੈਂਸ ਐਂਡ ਰਿਲਾਇਬਿਲਿਟੀ, ਰੈਲੀਵੈਂਸ ਐਂਡ ਅੰਡਰਸਟੈਂਡੇਬਿਲਿਟੀ, ਮਟੀਰੀਅਲਿਟੀ ਐਂਡ ਰਿਲਾਇਬਿਲਿਟੀ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹਦਾ ਆਨਸਰ ਆਏਗਾ ਬੀ ਆਪਸ਼ਨ, ਰੈਲੀਵੈਂਸ ਐਂਡ ਰਿਲਾਇਬਿਲਿਟੀ। ਅਗਲਾ ਕੁਐਸਚਨ ਹੈ, ਵਿਚ ਆਫ ਦਿਸ ਐਕਸਪੈਂਸਿਸ ਡਜ਼ ਨਾਟ ਰਿਜ਼ਲਟ ਇਨ ਕੈਸ਼ ਆਊਟਫਲੋ। ਇਹਨਾਂ 'ਚੋਂ ਕਿਹੜਾ ਐਕਸਪੈਂਸਿਸ ਹੈ ਜੋ ਮੇਰਾ ਰਿਜ਼ਲਟ ਨਹੀਂ ਕੱਢੇਗਾ ਇਹਨਾਂ ਕੈਸ਼ ਆਊਟਫਲੋ ਵਿੱਚ? ਦੱਸੋ। ਡੈਪਰੀਸ਼ਨ, ਇੰਟਰਸਟ ਔਨ ਲੋਨ, ਪੇਮੈਂਟ ਔਨ ਡਿਵੀਡੈਂਡ, ਡੋਨੇਸ਼ਨ। ਇਹ ਹੈਗਾ ਡੈਪਰੀਸ਼ਨ। ਇਹ ਮੇਰਾ ਕੈਸ਼ ਫਲੋ ਵਿੱਚ ਕੋਈ ਐਸਾ ਐਕਸਪੈਂਸ ਹੈ ਜੋ ਮੈਨੂੰ ਆਊਟਫਲੋ ਨਹੀਂ ਦੇਗਾ, ਕੋਈ ਰਿਜ਼ਲਟ ਨਹੀਂ ਕੱਢੇਗਾ ਕੈਸ਼ ਆਊਟਫਲੋ ਵਿੱਚ। ਠੀਕ ਹੈ। ਟ੍ਰੇਡ ਡਿਸਕਾਊਂਟ ਇਜ਼ ਗਿਵਨ ਟੂ, ਜਿਹੜਾ ਆਪਾਂ ਟ੍ਰੇਡ ਡਿਸਕਾਊਂਟ ਦਿੰਦੇ ਹਾਂ ਕਾਹਦੇ ਲਈ ਦਿੰਦੇ ਹਾਂ? ਬੂਸਟ ਸੇਲ ਲਈ ਦਿੰਦੇ ਹਾਂ, ਮੇਕ ਪੇਮੈਂਟ ਅਰਲੀ ਬਿਫੋਰ ਡਿਊ ਡੇਟ, ਟੂ ਅਵੇਟ ਦੀ ਟੈਕਸ, ਆਲ ਆਫ ਦੀ 3। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਜੇ ਆਪਾਂ ਕਿਸੇ ਪਾਰਟੀ ਨੂੰ ਟ੍ਰੇਡ ਡਿਸਕਾਊਂਟ ਦੇਣਾ ਉਹ ਕਾਹਦੇ ਲਈ ਦਿੰਦੇ ਆਪਾਂ? ਦੱਸੋ। ਇਹ ਆਪਾਂ ਦਿੰਦੇ ਹਾਂ ਆਪਣੀ ਸੇਲ ਨੂੰ ਬੂਸਟ ਕਰਨ ਲਈ। ਕਾਹਦੇ ਲਈ ਦਿੰਦੇ ਆਪਾਂ? ਬੂਸਟ ਕਰਨੀ ਹੁੰਦੀ, ਸੇਲ ਨੂੰ ਵਧਾਉਣਾ ਹੀ ਹੁੰਦਾ, ਤਾਂ ਹੀ ਆਪਾਂ ਟ੍ਰੇਡ ਡਿਸਕਾਊਂਟ ਦਿੰਦੇ ਹਾਂ। ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ, ਰੋ ਮਟੀਰੀਅਲ ਐਂਡ ਕੰਪੋਨੈਂਟਸ ਪਰਚੇਜ਼ਡ ਐਂਡ ਯੂਜ਼ਡ ਐਟ ਦੀ ਟਾਈਮ ਆਫ ਦੀ ਇੰਸਟਾਲੇਸ਼ਨ ਆਫ ਦੀ ਨਿਊ ਪਲਾਂਟ ਮਸ਼ੀਨਰੀ ਵਿਲ ਬੀ ਡੈਬਿਟਡ ਟੂ। ਜਿੰਨੇ ਵੀ ਮੈਂ ਰੋ ਮਟੀਰੀਅਲ ਪਰਚੇਸ ਕੀਤਾ ਹੈ ਜਾਂ ਕੋਈ ਕੰਪੋਨੈਂਟਸ ਪਰਚੇਸ ਕੀਤੇ ਹੈ ਜੋ ਮੈਂ ਇੰਸਟਾਲੇਸ਼ਨ ਕਰ ਰਿਹਾ ਸੀ ਕਿਸੇ ਮਸ਼ੀਨਰੀ ਦਾ, ਉਸ ਵਕਤ ਜੋ ਵੀ ਮੈਂ ਕੁਝ ਪਰਚੇਸ ਕੀਤਾ ਉਸ ਨਾਲ ਰਿਲੇਟਿਡ, ਤਾਂ ਉਸ ਨੂੰ ਮੈਂ ਕਿਸ ਅਕਾਊਂਟ ਵਿੱਚ ਪਾਵਾਂਗਾ? ਵਿਲ ਡੈਬਿਟਡ ਟੂ ਮਤਲਬ ਕਿਸ ਅਕਾਊਂਟ ਵਿੱਚ ਪਾਵਾਂਗਾ ਮੈਂ? ਦੱਸੋ ਕਿਸ ਨਾਲ ਜੋੜਾਂਗਾ ਉਹਨੂੰ ਮੈਂ? ਪਲਾਂਟ ਐਂਡ ਮਸ਼ੀਨਰੀ ਨਾਲ, ਰੋ ਮਟੀਰੀਅਲ ਕੰਜ਼ਿਊਮ ਨਾਲ, ਪਰਚੇਸ ਅਕਾਊਂਟ ਨਾਲ, ਪ੍ਰੋਫਿਟ ਐਂਡ ਲੋਸ ਅਕਾਊਂਟ ਨਾਲ। ਦੱਸੋ ਕਿਹਦੇ ਨਾਲ ਮੈਂ ਡੈਬਿਟ ਕਰਾਂਗਾ? ਇਹਦਾ ਆਨਸਰ ਆ ਜਾਏਗਾ ਪਲਾਂਟ ਐਂਡ ਮਸ਼ੀਨਰੀ ਨਾਲ। ਇਹਨੂੰ ਹਮੇਸ਼ਾ ਮੈਂ ਪਲਾਂਟ ਮਸ਼ੀਨਰੀ ਨਾਲ ਹੀ ਯੂਜ਼ ਕਰਾਂ, ਇਹ ਹਮੇਸ਼ਾ ਮੇਰੀ ਡਾਇਰੈਕਟ ਮਟੀਰੀਅਲ ਹੋ ਗਿਆ। ਅਗਲਾ ਕੁਐਸਚਨ ਹੈ, ਦ ਫੋਲੋਇੰਗ ਇਜ਼ ਨੋਟ ਪ੍ਰੀਪੇਅਰਡ ਬਾਈ ਦੀ ਨੋਨ ਪ੍ਰੋਫਿਟ ਸੀਕਿੰਗ ਆਰਗੇਨਾਈਜੇਸ਼ਨ। ਜਿਹੜੀ ਨੋਨ ਪ੍ਰੋਫਿਟ ਸੀਕਿੰਗ ਆਰਗੇਨਾਈਜੇਸ਼ਨ ਹੁੰਦੀ, ਹੁਣ ਵੈਸੇ ਤੁਹਾਨੂੰ ਮੈਂ ਕੰਸੈਪਟ ਕਰਾਉਣਾ ਹੈ, ਪਰ ਤੁਸੀਂ ਇਸਦਾ ਆਨਸਰ ਈਜ਼ੀਲੀ ਦੇ ਸਕਦੇ ਹੋ। ਦੱਸੋ ਜੇ ਕੋਈ ਨੋਨ ਪ੍ਰੋਫਿਟ ਹੋਏਗੀ ਤਾਂ ਉਹ ਇਹਨਾਂ ਵਿੱਚੋਂ ਕਿਹੜਾ ਅਕਾਊਂਟ ਨਹੀਂ ਪ੍ਰੀਪੇਅਰ ਕਰੇਗੀ? P&L ਅਕਾਊਂਟ, ਇਨਕਮ ਐਂਡ ਐਕਸਪੈਂਡੀਚਰ, ਰਿਸਿਪਟ ਐਂਡ ਪੇਮੈਂਟ, ਬੈਲੈਂਸ ਸ਼ੀਟ। ਦੱਸੋ। ਇਹਦਾ ਆਨਸਰ ਆ ਜਾਏਗਾ P&L ਅਕਾਊਂਟ। P&L ਅਕਾਊਂਟ ਇੱਕ ਐਸਾ ਅਕਾਊਂਟ ਹੈ ਜੋ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਨਹੀਂ ਪ੍ਰੀਪੇਅਰ ਕਰਦੀ। ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਦ ਰਿਸਿਪਟਸ ਐਂਡ ਪੇਮੈਂਟ ਅਕਾਊਂਟ ਆਫ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਇਜ਼ ਦਾ, ਜਿਹੜਾ ਰਿਸਿਪਟਸ ਐਂਡ ਪੇਮੈਂਟ ਅਕਾਊਂਟ ਹੁੰਦਾ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ, ਉਹ ਕੀ ਹੁੰਦਾ ਹੈ? ਨੋਮੀਨਲ ਅਕਾਊਂਟ ਹੁੰਦਾ, ਰੀਅਲ ਅਕਾਊਂਟ ਹੁੰਦਾ, ਇਨਕਮ ਸਟੇਟਮੈਂਟ ਅਕਾਊਂਟ ਹੁੰਦਾ, ਫਾਈਨੈਂਸ਼ੀਅਲ ਅਕਾਊਂਟ ਹੁੰਦਾ? ਦੱਸੋ।
ਇਹ ਹੋਏਗਾ ਹਮੇਸ਼ਾ ਮੇਰਾ ਰੀਅਲ ਅਕਾਊਂਟ ਹੋਏਗਾ। ਕੀ ਹੋਏਗਾ? ਰੀਅਲ ਅਕਾਊਂਟ। ਮੈਂ ਤੁਹਾਨੂੰ ਵੈਸੇ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਕਰਾਉਣਾ ਹੈ, ਮੈਂ ਤੁਸੀਂ ਇੱਕ ਦੋ ਕੁਐਸਚਨ ਇੱਕ ਐਸੇ ਹੋਣਗੇ ਜੋ ਹਲੇ ਜਿਹੜਾ ਮੈਂ ਕੰਸੈਪਟ ਨਹੀਂ ਵੀ ਕਰਾਇਆ, ਮੈਂ ਤਾਂ ਵੀ ਤੁਸੀਂ ਇੱਕ ਲਿੰਕ ਕਰਕੇ ਚੱਲੋਗੇ, ਜਿਹਦੇ ਨਾਲ ਤੁਹਾਨੂੰ ਹੀ ਆਸਾਨੀ ਰਹੇਗੀ। ਠੀਕ ਹੈ ਨਾ ਫਰੈਂਡਸ? ਵੈਸੇ ਜ਼ਿਆਦਾਤਰ ਕੁਐਸਚਨ ਉਹ ਨੇ ਜੋ ਤੁਹਾਨੂੰ ਮੈਂ ਕੰਸੈਪਟ ਕਰਾ ਚੁੱਕਾ, ਪਿਛਲੇ 39 ਲੈਕਚਰ ਵਿੱਚ ਜੋ ਤੁਹਾਨੂੰ ਮੈਂ ਕਰਾ ਚੁੱਕਾ ਉਹਦੇ ਹੀ ਨਾਲ ਦੇ ਕੁਐਸਚਨ ਸੀ। ਕੁਛ ਇੱਕ ਦੋ ਕੁਐਸਚਨ ਮੈਂ ਬਾਹਰੋਂ ਤਾਂ ਰੱਖਦਾ ਤਾਂ ਕਿ ਤੁਹਾਡਾ ਲਿੰਕ ਬਣਦਾ ਰਹੇ, ਤੁਹਾਨੂੰ ਕੋਈ ਨਵੀਂ ਚੀਜ਼ ਪਤਾ ਲੱਗਦੀ ਰਹੇ। ਠੀਕ ਹੈ ਨਾ ਫਰੈਂਡਸ? अगला क्वेश्चन है द टोटल कॉस्ट इनकर्ड इन द ऑपरेशन ऑफ द बिजनेस अंडरटेकिंग अदर दैन द कॉस्ट ऑफ मैन्युफैक्चरिंग एंड प्रोडक्शन इज नोन हैज। दसो डायरेक्ट कॉस्ट, वेरिएबल कॉस्ट, कमर्शियल कॉस्ट, कन्वर्शन कॉस्ट। ऐसी कॉस्ट दसो जिस विच मेरी मैन्युफैक्चरिंग ते प्रोडक्शन की कॉस्ट ना आती होवे, वो किहड़ी कॉस्ट होएगी? उन्होंने की कहांगे आपां? उन्होंने कहांगे आपां हमेशा कमर्शियल कॉस्ट, जिस विच मेरी मैन्युफैक्चरिंग कॉस्ट ते प्रोडक्शन कॉस्ट नहीं आउंदी, उसनूं छड्ड के जिहड़ी भी कॉस्ट मेरी ऑपरेशन बिजनेस विच लग रही है, इनकर्ड हो रही है, उन्होंने की कहांगा हमेशा मैं? कमर्शियल कॉस्ट। अगला क्वेश्चन है कन्वर्जन कॉस्ट इज इक्वल टू द टोटल ऑफ। दसो कन्वर्जन कॉस्ट किसके इक्वल होंगे? मटीरियल कॉस्ट प्लस डायरेक्ट वेजिस, मटीरियल कॉस्ट एंड इंडायरेक्ट वेजिस, डायरेक्ट वेजिस एंड फैक्ट्री ओवरहेड, मटीरियल कॉस्ट एंड फैक्ट्री ओवरहेड। दसो इसका आंसर आएगा सी ऑप्शन, डायरेक्ट वेजिस एंड फैक्ट्री ओवरहेड। ये आएगा डायरेक्ट वेजिस एंड फैक्ट्री ओवरहेड। विच ऑफ द फॉलोइंग इज एन अकाउंटिंग पीरियड। अगला क्वेश्चन है विच ऑफ द फॉलोइंग इज एन अकाउंटिंग रिकॉर्ड। दसो इस किहड़ी चीज़ मैं अकाउंटिंग रिकॉर्ड ही करदा, किहड़ी चीज़ यूज़ करदा मैं अकाउंटिंग रिकॉर्ड ली? बिल ऑफ मटीरियल, बिन कार्ड, स्टोर लैजर, ऑल ऑफ दिस। कोई चीज़ मैं रिकॉर्ड करना तो मैं हुणी जिहड़ा पिछे कराया है, तुहानूं जिहड़ा फीफो लिफो मैथड समझाया उस नाल रिलेटेड है। जो रोज़ जी मैं कोई भी की नाम है प्रोडक्ट्स जोड़े हैं मैन्युफैक्चरिंग इन्वेंटरी रिकॉर्ड करना, किस च करना? दसो मैनू उसको की किया जाता, बस ये दसो मैनू। इसका आंसर आएगा सी ऑप्शन, स्टोर लैजर अकाउंट। ठीक है। अगला क्वेश्चन है द फिक्स वेरिएबल कॉस्ट क्लासीफिकेशन हैज़ अ स्पैसीफिक सिग्निफिकेंस इन द प्रिपरेशन ऑफ। जी फिक्स वेरिएबल कॉस्ट होंगी है उसकी सब तो ज़्यादा इंपोर्टेंस कादे लिए होंगी है, किस नूं प्रिपेयर करने वक्त होंगी है? दसो फ्लैक्सीबल बजट ली, मास्टर बजट ली, कैश बजट ली, कैपिटल बजट ली। इसका आंसर आएगा फ्लैक्सीबल बजट ली। ठीक है ना फ्रेंड्स? क्योंकि आएगा फ्लैक्सीबल बजट ली। ये तुहानूं हले कंसैप्ट कराउणा है। ठीक है ना? मैं तां भी दो क्वेश्चन ऐसे ने जो मैं लिंक करके चल रहा ताकि तुहानूं कोई नवीं चीज़ पता लगती रहे। ठीक है ना? फिक्स वेरिएबल कॉस्ट की होएगी? जे कोई ऐसी कॉस्ट जिसमें मैं हमेशा मेरे वॉल्यूम की प्रोडक्शन या कोई मार्केट की उतरा चढ़ाव नाल उसकी अप एंड डाउन होंदी रहेगी, वेरिएबल होंदी रहेगी, एक्सचेंज होंदी रहेगी। ठीक है? तो वो जी फिक्स वेरिएबल कॉस्ट होएगी, कोई कुछ तो फिक्स रह रही है, कुछ वेरिएबल कॉस्ट है। ठीक है? जी फिक्स वेरिएबल कॉस्ट है, कोई चीज़ ऐसे होंगी है, यूनिट्स होंगी है जो हमेशा फिक्स रहती है, कुछ कॉस्ट ऐसी होंगी जो वेरिएबल होएगी। ठीक है? उसका जो मर्ज होएगा उसनूं मैं किस लिए यूज़ करता होना, उसका इंपोर्टेंस की है सब तो ज़्यादा जो मैं कोई फ्लैक्सीबल बजट बना रहा हूँ। की बना रहा होना? फ्लैक्सीबल बजट बना रहा हूँ। अगला क्वेश्चन है सैलिंग एंड डिस्ट्रीब्यूशन ओवरहेड डज नॉट इंक्लूड। सैलिंग एंड डिस्ट्रीब्यूशन ओवरहेड विच जो एक्सपेंसिस होंगे हैं उस की इंक्लूड नहीं करता मैं? दसो कॉस्ट ऑफ वेयर हाउसिंग, रिपैकिंग कॉस्ट, ट्रांसपोर्टेशन कॉस्ट, डिमोरेज चार्जिस। दसो इचों किहड़ी कॉस्ट है तुसीं नहीं सुनते? तुहानूं इचों ओडी का फॉर्म टेक्निक लगा के भी तुसीं कढ सकते हो इसदा आंसर। इसका आंसर आएगा डिमोरेज चार्जिस। की आएगा? डिमोरेज चार्जिस। अगला क्वेश्चन है विच ऑफ द फॉलोइंग कॉस्ट इज लिंक्ड विद द कैलकुलेशन ऑफ द कॉस्ट ऑफ इन्वेंटरीज। इचों किहड़ी कॉस्ट मैं लिंक करके चलांगा कैलकुलेशन करने वक्त कॉस्ट ऑफ इन्वेंटरी दी? प्रोडक्ट कॉस्ट, पीरियड कॉस्ट, बोथ प्रोडक्ट एंड पीरियड कॉस्ट, हिस्टोरिकल कॉस्ट। इसका आंसर आएगा प्रोडक्ट कॉस्ट। की आएगा? प्रोडक्ट कॉस्ट। अगला क्वेश्चन है द सैलरी ऑफ द फैक्ट्री क्लर्क इज ट्रीटेड एट्स। जी सैलरी है फैक्ट्री क्लर्क की उन मैं किस तरह ट्रीट कराँगा? डायरेक्ट लेबर कॉस्ट कवांगा, इनडायरेक्ट लेबर कॉस्ट कवांगा, कन्वर्जन कॉस्ट कवांगा, प्राइम कॉस्ट कवांगा। दसो इसमें मैं कवांगा इनडायरेक्ट लेबर कॉस्ट, हमेशा इनडायरेक्ट लेबर कॉस्ट। ठीक है फ्रेंड्स? जो तुहानूं इनडायरेक्ट लेबर कॉस्ट से कुछ समझना तो तुहानूं मेरा कॉस्ट अकाउंटिंग का किहड़ा देखना होएगा, तुहानूं कंसैप्ट कॉस्ट शीट का कंसैप्ट देख लोगे तुहानूं समझ आ जाएगा। ठीक है? अगला क्वेश्चन है विच ऑफ द फॉलोइंग इज द प्रोसैस बाय विच द मैनेजर एनालाइज द ऑप्शंस अवेलेबल टू सैट द कोर्स ऑफ एक्शन बाय द ऑर्गेनाइजेशन। इचों किहड़े सोर्सिस जिहड़े हैं प्रोसैस नाल मैं एनालाइज कर सकदा जिहड़े मेरे कोल ऑप्शंस अवेलेबल ने, किस नाल मेरी हैल्पफुल होंदी है? दसो मैनू।
दसो पहला पहला ऑप्शन आएगा ह्यूरिस्टिक्स मैथड, बी ऑप्शन डिसीजन मेकिंग, सी ऑप्शन द डेल्फी टेक्निक, डी सिस्टमेटिक एरर। दसो इसका आंसर आएगा डिसीजन मेकिंग। डिसीजन मेकिंग एक तरह का ऐसा प्रोसैस है जिसमें मैनेजर जो है एनालाइज कर सकता है ऑप्शनस अवेलेबल जो सैट ऑफ कोर्स जो उन्हें एक्शन लिए अपने ऑर्गेनाइजेशन लिए करने हैं, ठीक है, एक सैट भी कर सकता है कोर्सेस ऑफ एक्शनस। एक डिसीजन मेकिंग ऐसा प्रोसैस है। अगला क्वेश्चन है कॉस्ट ऑफ प्रोडक्शन रिपोर्ट इज आल्सो नोन एज। कॉस्ट ऑफ प्रोडक्शन रिपोर्ट कादे लिए होंगी है दसो? प्रोसैस कॉस्ट शीट, जॉब ऑर्डर कॉस्ट शीट, बैलेंस शीट, मटीरियल एक्विजिशन शीट। ये होएगी हमेशा प्रोसैस कॉस्ट शीट, ठीक है। कॉस्ट ऑफ प्रोडक्शन तो समझना तो मेरा कॉस्ट शीट वाला लेक्चर देखना हो जाएगा, ठीक है। अगला क्वेश्चन है एन एवरेज कॉस्ट इज आल्सो नोन एज। एवरेज कॉस्ट की होर किस नाम नाल जानी जाती है दसो? वेरिएबल कॉस्ट, यूनिट कॉस्ट, टोटल कॉस्ट, फिक्स कॉस्ट। इसका आंसर आएगा यूनिट कॉस्ट। ये आएगा यूनिट कॉस्ट। अगला क्वेश्चन है ऑल ऑफ द फॉलोइंग कंपोज द कॉस्ट ऑफ गुड्स सोल्ड एक्सेप्ट। इचो केड़ा केड़ी चीज़ छड्ड के सारे कंपोज करांगे कॉस्ट ऑफ गुड्स सोल्ड विच। दसो रॉ मटीरियल, लेबर, कैपिटल, फैक्ट्री ओवरहेड। इसका आंसर आएगा डी ऑप्शन, ठीक है फ्रेंड्स। ये आएगा डी ऑप्शन। विच ऑफ द गिवन कॉस्ट डज नॉट बिकम द पार्ट ऑफ कॉस्ट यूनिट। इचो केड़ा जिहड़ा कॉस्ट यूनिट का पार्ट नहीं बनता? एडवर्टाइजिंग एक्सपेंसिस, डायरैक्ट लेबर कॉस्ट, फैक्ट्री ओवरहेड कॉस्ट, कॉस्ट ऑफ रॉ मटीरियल। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੇਣਾ, ਠੀਕ ਹੈ। ਇੱਕ ਪਹਿਲੇ ਕੁਐਸਚਨ ਪੁੱਛਿਆ, ਇੱਕ ਇਹ ਪੁੱਛੇ, ਦੋ ਕੁਐਸਚਨ ਤੁਹਾਡੇ ਤੋਂ ਪੁੱਛੇ ਨੇ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ। ਅਸਿਊਮਿੰਗ ਨੋ ਰਿਟਰਨ ਆਊਟਵਰਡਸ ਔਰ ਕੈਰੇਜ ਇਨਵਰਡਸ। ਅਸਿਊਮ ਕਰਕੇ ਚਲੋ ਨਾ ਤਾਂ ਕੋਈ ਰਿਟਰਨ ਆਊਟਵਰਡਸ ਹੈ ਨਾ ਕੋਈ ਕੈਰੇਜ ਇਨਵਰਡਸ ਹੈ, ਤਾਂ ਕੋਸਟ ਆਫ ਗੁੱਡਸ ਸੋਲਡ ਵਿਲ ਬੀ ਇਕੁਅਲ ਟੂ ਕਿਸ ਦੇ ਇਕੁਅਲ ਹੋਏਗੀ? ਓਪਨਿੰਗ ਸਟਾਕ ਲੈਸ ਪਰਚੇਸਿਸ ਪਲੱਸ ਕਲੋजिंग ਸਟਾਕ, क्लोजिंग स्टॉक प्लस परचेसिस प्लस ओपनिंग स्टॉक, सेल लेस ग्रोस प्रॉफिट, परचेसिंग प्लस क्लोजिंग स्टॉक प्लस ओपनिंग स्टॉक प्लस डायरैक्ट लेबर। दसो ये चो केड़ा ऑप्शन ठीक होएगा? ये होएगा सी ऑप्शन, सेल लेस ग्रोस प्रॉफिट। अगला लास्ट क्वेश्चन अज दा विच ऑफ द फॉलोइंग प्रोडक्ट कॉस्ट इज इंक्लूडेड इन प्राइम कॉस्ट एंड कन्वर्जन कॉस्ट। इस केड़ी कॉस्ट जी होएगी इंक्लूड होएगी प्राइम कॉस्ट ते कन्वर्जन कॉस्ट? दसो केड़ा एक कॉमन है? डायरैक्ट लेबर, मैन्युफैक्चरिंग ओवरहेड, डायरैक्ट मटीरियल, वर्क इन प्रोग्रेस। जी प्राइम कॉस्ट इंक्लूड हो रही है, जी कन्वर्जन कॉस्ट इंक्लूड हो रही है। इसका आंसर आएगा ए ऑप्शन। डायरैक्ट लेबर कॉस्ट एक ऐसी है जो प्राइम कॉस्ट भी इंक्लूड होती है तो कन्वर्जन कॉस्ट भी इंक्लूड होती, ठीक है ना फ्रेंड्स। सो अज अपने 50 क्वेश्चन सी, अपने 50 क्वेश्चन सारे देखे ने। मैं थोड़े तो दो क्वेश्चन पूछे ने, इसका आंसर तुसीं मैनूं जरूर देना, ठीक है। जो तुहानूं उस तो इलावा कोई प्रॉब्लम आउंदी है तुसीं कमेंट सैक्शन में तुसीं जरूर दसना, ठीक है। जिन्होंने ने मेरे पहले पिछले लैक्चरस नहीं देखे वो पहले मेरे पिछले लैक्चर जरूर देखण, ठीक है। नाल भावें जो तुसीं हुण भी अटैम्प्ट कर रहे हो तां भी कोई गल नहीं, जो तुहाडे कोई घट भी क्वेश्चन ठीक हो रहे हैं तां भी कोई चक्कर नहीं, मगर तुहानूं सारिਆਂ ने मैनूं कमेंट सैक्शन में दसना है कि तुहाडे किन्ने क्वेश्चन ठीक ने, ठीक है, ठीक है ना फ्रेंड्स। नोटिफिकेशन कभी भी आ सकती है, सो बैटर है कि आप तैयारी करके ही चलीए, ठीक है ना। तो मॉक टेस्ट जरूर देंदे रहो। ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ, ਠੀਕ ਹੈ, ਵੱਧ ਤੋਂ ਵੱਧ ਸ਼ੇਅਰ ਕਰਿਓ, ਠੀਕ ਹੈ। ਜੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਕਮੈਂਟ ਵੀ ਕਰਿਓ, ਠੀਕ ਹੈ। ਤੇ ਜਿਹੜੇ ਕੁਐਸਚਨ ਤੁਹਾਨੂੰ ਪੁੱਛਣੇ ਉਹਦਾ ਆਨਸਰ ਜ਼ਰੂਰ ਦੇਣਾ, ਠੀਕ ਹੈ ਫਰੈਂਡਸ। ਓਕੇ, ਥੈਂਕ ਯੂ।